ਕਾਸ ਗੁਰੂ ਇਤਿਹਾਸ ਕਥਾ ਸਰਵਣ ਕਰਾ ਜਾ ਰਹੇ ਹਨ। ਪੰਥ ਦੇ ਪ੍ਰਸਿੱਧ ਕਥਾਵਾਚਕ ਅਤੇ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ, ਬੁੱਢਾ ਦਲ 96 ਕਰੋੜੀ। ਆਓ ਬੜੇ ਪ੍ਰੇਮ ਪਿਆਰ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਵਿਘਨਨ ਕੇ ਨਾਸਕ, ਵਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਤਬ ਬੰਦੋ ਚੜ ਉਤਰਿਓ, ਸੇ ਹਰ ਖੰਡੋ ਗ੍ਰਾਮ। ਚਿੱਠੇ ਲਿਖੇ ਪੰਜਾਬ ਨੂੰ, ਲੈ ਲੈ ਸਿੰਘਨ ਨਾਮ। ਤਬ ਬੰਦੇ ਚੜ ਉਤਰਿਓ, ਸੇ ਹਰ ਖੰਡੋ ਗ੍ਰਾਮ। ਚਿੱਠੇ ਲਿਖੇ ਪੰਜਾਬ ਨੂੰ, ਲੈ ਲੈ ਸਿੰਘਨ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਸਰਬ ਕਲਾ ਭਰਪੂਰ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਪਾਤਸ਼ਾਹ ਜੀ ਰਹਿਮਤ ਸਦਕਾ ਇਹ ਸਮਾਂ ਨਸੀਬ ਹੋਇਆ। ਸੰਧਿਆ ਵੇਲੇ ਲੜੀਵਾਰ ਇਤਿਹਾਸ ਦੀ ਕਥਾ ਦੇ ਅੰਦਰ ਹਾਜ਼ਰੀ ਭਰਨ ਵਾਸਤੇ ਆਪਾਂ ਇਕੱਤਰਤ ਹੋਏ ਹਾਂ। ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਪਿਆਰ ਸਹਿਤ ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾ ਕੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਬ ਬੰਦੋ ਚੜ ਉਤਰਿਓ, ਸੇ ਹਰ ਖੰਡੋ ਗ੍ਰਾਮ। ਜਿਸ ਵਕਤ ਹਜੂਰ ਸਾਹਿਬ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਪੰਜਾਬ ਦੀ ਧਰਤੀ ਤੇ ਵਜੀਦ ਖਾਨ ਨੂੰ ਸੋਧਣ ਵਾਸਤੇ। ਬੀਤੇ ਦਿਨਾਂ ਵਿੱਚ ਆਪਾਂ ਸਰਵਣ ਕੀਤਾ ਵੀ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਬਚਨ ਸਨ ਕਿ ਪੰਜ ਸਿੰਘਣ ਤੇ ਅਰਦਾਸ ਕਰਾਵੋ, ਜੋ ਬਰ ਚਾਹੋ ਸੋਈ ਬਰ ਪਾਵੋ, ਉਸ ਦੀ ਪਰਖ ਵੀ ਕੀਤੀ ਵੀ ਕੀ ਸੱਚਮੁੱਚ ਪੰਜਾਂ ਤੋਂ ਅਰਦਾਸ ਕਰਾ ਕੇ ਸਭ ਕੁਝ ਮਿਲਦਾ ਹੈ। ਤੇ ਜਦੋਂ ਅਰਦਾਸ ਕਰਾਈ ਤੇ ਖਾਲਸਾ ਜੀ ਅਰਦਾਸ ਪੂਰੀ ਹੋਈ, ਪੰਥ ਦੇ ਉੱਤੇ ਹੋਰ ਭਰੋਸਾ ਹੋ ਗਿਆ। ਤੇ ਬੰਦਾ ਸਿੰਘ ਬਹਾਦਰ ਨੇ ਬਾਅਦ ਵਿੱਚ ਸਭ ਤੋਂ ਪਹਿਲਾਂ ਕੈਥਲ ਦੇ, ਹਰਿਆਣੇ ਦੇ ਵਿੱਚ ਜੋ ਕੈਥਲ ਸ਼ਹਿਰ ਹੈ, ਉੱਥੋਂ ਦੇ ਫੌਜਦਾਰ ਨੂੰ ਸੋਧਿਆ, ਜਿਹੜਾ ਕਿ ਲੋਕਾਂ ਤੋਂ ਨਜ਼ਰਾਨਾ ਲੈ ਕਰਕੇ ਲੋਕਾਂ ਦੇ ਉੱਤੇ ਜ਼ੁਲਮ ਕਰਦਾ ਸੀ। ਤਾਂ ਹੁਣ ਦਿੱਲੀ ਦੇ ਕੋਲ ਅਗਲੇ ਪਾਸੇ ਜਾ ਕੇ ਜਿੱਥੇ ਫਤਿਆਬਾਦ ਦੀ ਹੱਦ ਹੈ, ਜਿੱਥੋਂ ਫਤਿਆਬਾਦ ਦਾ ਇਲਾਕਾ ਸ਼ੁਰੂ ਹੁੰਦਾ ਖਾਲਸਾ ਜੀ, ਉਸ ਦੇ ਨੇੜੇ ਹੀ ਇੱਕ ਪਿੰਡ ਸੀ ਸ਼ਹਿਰ ਖੰਡਾ। ਉਸ ਨਗਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਉਤਾਰਾ ਕੀਤਾ ਤੇ ਉਸ ਨਗਰ ਦੇ ਵਿੱਚ ਸਾਰੇ ਸਿੰਘਾਂ ਦੇ ਨਾਲ ਵਿਚਾਰ ਕਰਕੇ ਇੱਕ ਫੈਸਲਾ ਲਿਆ। ਚਿੱਠੇ ਲਿਖੇ ਪੰਜਾਬ ਨੂੰ ਲੈ ਲੈ ਸਿੰਘਨ ਨਾਮ, ਕਿ ਜਿਹੜੇ ਮਾਝੇ, ਮਾਲਵੇ, ਦੁਆਬੇ ਦੇ ਵਿੱਚ ਨਾਮੀ ਸਿੰਘ ਸਨ, ਉਹਨਾਂ ਦਾ ਨਾਮ ਲਿਖ ਕਰਕੇ ਬੰਦਾ ਸਿੰਘ ਬਹਾਦਰ ਨੇ ਚਿੱਠੀਆਂ ਲਿਖੀਆਂ। ਕਿਉਂਕਿ ਕੁਝ ਹੁਕਮਨਾਮੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਹਜੂਰ ਸਾਹਿਬ ਦੀ ਧਰਤੀ ਤੋਂ ਦਿੱਤੇ ਸੀ ਤੇ ਮਹਾਰਾਜ ਨੇ ਨਾਲੇ ਇਹ ਵੀ ਦੱਸਿਆ ਸੀ ਵੀ ਇਹ ਸੂਰਮੇ ਸਿੰਘ ਨੇ ਜਿਹੜੇ ਪੰਜਾਬ ਦੀ ਧਰਤੀ ਤੇ ਨੇ, ਇਹ ਜੰਗ ਦੇ ਮੈਦਾਨ ਵਿੱਚ ਤੇਰੀ ਮਦਦ ਕਰਨਗੇ, ਤੇਰੇ ਨਾਲ ਸ਼ਮੂਲੀਅਤ ਕਰਨਗੇ। ਬਾਬਾ ਦੀਪ ਸਿੰਘ ਜੀ ਦਾ ਵੀ ਜ਼ਿਕਰ ਆਉਂਦਾ ਖਾਲਸਾ ਜੀ। ਤੇ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਦੇ ਜੋ ਨਾਨਾ ਜੀ ਹੋਏ, ਕੋਰੜੀਆਂ ਮਿਸਲ ਦੇ ਸਰਦਾਰ, ਉਹਨਾਂ ਦਾ ਵੀ ਜ਼ਿਕਰ ਆਉਂਦਾ ਵੀ ਉਹਨਾਂ ਨੇ ਵੀ ਜੰਗਾਂ ਯੁੱਧਾਂ ਵਿੱਚ ਸ਼ਮੂਲੀਅਤ ਕੀਤੀ। ਔਰ ਨਾਲੇ ਹੀ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨਾਂ ਦੇ ਨਾਲ ਜਿਨ੍ਹਾਂ ਦਾ ਜਨਮ ਹੋਇਆ ਸੀ, ਭਾਈ ਰੂਪ ਚੰਦ, ਡਰੋਲੀ ਭਾਈ ਕੀ ਮੋਗੇ ਦੇ ਕੋਲ ਜਿਹੜਾ ਇਲਾਕਾ ਹੈ, ਉਸ ਥਾਂ ਤੇ ਭਾਈ ਸਾਧੂ ਦੇ ਘਰ ਰੂਪ ਚੰਦ ਦਾ ਜਨਮ ਹੋਇਆ। ਤੇ ਰੂਪ ਚੰਦ ਨੂੰ ਮਹਾਰਾਜ ਨੇ ਇੱਕ ਕਟਾਰ ਸ਼੍ਰੀ ਸਾਹਿਬ ਤੇ ਇੱਕ ਚੋਲਾ ਦਿੱਤਾ, ਜੋ ਭਾਈ ਰੂਪ ਚੰਦ ਨੇ ਆਪਣੇ ਸਿਰ ਤੇ ਚੱਕਿਆ। ਤੇ ਮਹਾਰਾਜ ਹੱਸ ਕੇ ਕਹਿਣ ਲੱਗੇ ਵੀ ਸਿੱਖਾ, ਇਹ ਚੋਲਾ ਮੈਂ ਤੈਨੂੰ ਦਿੱਤਾ, ਤੈਨੂੰ ਆਪਣੇ ਤਨ ਤੇ ਸਜਾ ਲੈ। ਪਰ ਬੜੀ ਨਿਮਰਤਾ ਚ ਕਿਹਾ, ਪਾਤਸ਼ਾਹ ਤੁਸਾਂ ਬਖਸ਼ਿਸ਼ ਤੇ ਕੀਤੀ ਹੈ, ਪਰ ਮੈਂ ਇਸ ਅਵਸਥਾ ਦੇ ਲਾਇਕ ਨਹੀਂ ਵੀ ਤੁਹਾਡਾ ਚੋਲਾ ਤਨ ਤੇ ਸਜਾ ਸਕਾਂ। ਤੇ ਸਿਰ ਤੇ ਚੱਕ ਲਿਆ ਸ਼੍ਰੀ ਸਾਹਿਬ ਨੂੰ, ਕਟਾਰ ਨੂੰ ਅਤੇ ਨਾਲ ਹੀ ਮਹਾਰਾਜ ਦੇ ਚੋਲੇ ਨੂੰ। ਤੇ ਮਹਾਰਾਜ ਹੱਸ ਕੇ ਕਹਿਣ ਲੱਗੇ, ਇੰਨਾ ਭਾਰੀ ਸਮਾਨ ਚੱਕ ਕੇ ਆਪਣੇ ਪਿੰਡ ਕਿਵੇਂ ਜਾਵੇਂਗਾ? ਤੇ ਕਹਿਣ ਲੱਗਾ, ਪਾਤਸ਼ਾਹ ਇਹ ਭਾਰੀ ਸਮਾਨ ਨਹੀਂ, ਇਹ ਤੁਹਾਡੇ ਘਰ ਦੀ ਰਹਿਮਤ ਹੈ, ਬਲਕਿ ਜਦੋਂ ਸਿਰ ਤੇ ਮੈਂ ਇਹਨੂੰ ਚੱਕਾਂਗਾ ਤੇ ਇਹਨੇ ਮੇਰੇ ਜ਼ਿੰਦਗੀ ਦੇ ਦੁੱਖਾਂ ਦੇ ਭਾਰ ਉਤਾਰ ਦੇਣੇ ਨੇ। ਤੇ ਮਹਾਰਾਜ ਨੇ ਕਿਹਾ, ਰੂਪ ਚੰਦ ਚੇਤੇ ਰੱਖੀ, ਜੇ ਅੱਜ ਨਿਸ਼ਾਨੀਆਂ ਦਿੱਤੀਆਂ ਤੇ 10ਵੇਂ ਜਾਮੇ ਵਿੱਚ ਤੇਰੇ ਕੋਲੋਂ ਵਾਪਸ ਵੀ ਲਵਾਂਗੇ। ਖਾਲਸਾ ਜੀ ਫਿਰੋਜ਼ਪੁਰ ਦੇ ਕੋਲ ਭਾਈ ਰੂਪ ਚੰਦ ਦੇ ਵੰਸ਼ਜ ਹੋਏ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ, ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਖੰਡੇ ਦੀ ਪਹੁਲ ਲਈ ਤੇ ਪਾਤਸ਼ਾਹ ਜੀ ਨੂੰ ਬਚਨ ਕੀਤਾ, ਮਹਾਰਾਜ ਅਤ ਹੀ ਰਣ ਮੈਂ ਤਬ ਜੂਝ ਮਰੋ, ਮਰਨ ਦਾ ਚਾਹ ਹੈ, ਸ਼ਹਾਦਤ ਦਾ ਚਾਹ ਹੈ, ਸਾਨੂੰ ਜੰਗਾਂ ਯੁੱਧਾਂ ਤੋਂ ਵਾਂਝੇ ਕਿਉਂ ਰੱਖਿਆ? ਪਾਤਸ਼ਾਹ ਨੇ ਕਿਹਾ, ਸਿੱਖੋ ਸਮਾਂ ਆਉਣ ਤੇ ਤੁਹਾਡੇ ਤੋਂ ਜੰਗ ਦੇ ਵਿੱਚ ਸੇਵਾ ਜ਼ਰੂਰ ਲਵਾਂਗੇ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਨਾ ਖਾਲਸਾ ਜੀ, ਉਸ ਵਕਤ ਫਿਰ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਨੇ ਵੀ ਜੰਗ ਦੇ ਵਿੱਚ ਸ਼ਮੂਲੀਅਤ ਕੀਤੀ, ਜੰਗ ਦੇ ਵਿੱਚ ਜੂਝੇ, ਜੰਗ ਦੇ ਵਿੱਚ ਆਪਣੇ ਕਰਤੱਵ ਵਿਖਾਏ, ਸ਼ਸਤਰ ਵਿਦਿਆ ਦਾ ਅਭਿਆਸ ਜੋ ਕੀਤਾ ਸੀ ਉਹ ਜੰਗੀ ਕਰਤੱਵ ਵਿਖਾਏ। ਸੋ ਇਸ ਤਰ੍ਹਾਂ ਜਿਹਦੀ ਸੇਵਾ ਜੋ ਸਤਿਗੁਰੂ ਨੇ ਲਾਈ ਸੀ, ਉਸ ਸਿੱਖ ਨੇ ਉਹ ਸੇਵਾ ਨਿਭਾਈ ਤੇ ਸਿਮਰਨ ਕਰਕੇ ਉਸ ਸੇਵਾ ਦੀ ਉਡੀਕ ਵੀ ਕਰਦੇ ਰਹੇ। ਭਾਵੇਂ ਧੰਨ ਬਾਬਾ ਦੀਪ ਸਿੰਘ ਜੀ, ਜਦੋਂ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ, ਚਮਕੌਰ ਦਾ ਜੰਗ ਹੋਇਆ, ਖਿਦਰਾਣੇ ਦੀ ਢਾਬ ਤੇ ਜੰਗ ਹੋਇਆ, ਬਾਬਾ ਦੀਪ ਸਿੰਘ ਉਦੋਂ ਵੀ ਨੇ। ਤੇ ਬਾਬਾ ਦੀਪ ਸਿੰਘ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਵੈਰਾਗ ਵਿੱਚ ਪੁੱਛਿਆ, ਪਾਤਸ਼ਾਹ ਮੇਰੇ ਤੋਂ ਸੇਵਾ ਕਿਉਂ ਨਹੀਂ ਲਈ? ਮਹਾਰਾਜ ਨੇ ਕਿਹਾ, ਦੀਪ ਸਿੰਘ ਤੇਰੇ ਤੋਂ ਆਉਣ ਵਾਲੇ ਸਮੇਂ ਵਿੱਚ ਸੇਵਾ ਜ਼ਰੂਰ ਲਵਾਂਗੇ।
ਸੀਸ ਤਲੀ ਤੇ ਧਰਿਆ ਜਾਵੇਗਾ, ਸੀਸ ਧੜ ਤੋਂ ਜੁਦਾ ਤੇ ਹੋ ਜਾਵੇਗਾ, ਪਰ ਤੇਰਾ ਅੰਦਰ ਦਾ ਆਨੰਦ ਨਹੀਂ ਟੁੱਟੇਗਾ। ਤੇ ਵੇਖੋ ਸਮਾਂ ਆਉਣ ਤੇ ਉਹਨਾਂ ਤੋਂ ਮਹਾਰਾਜ ਨੇ ਸੇਵਾ ਲਈ। ਸੋ ਜਿਹਦੀ ਸੇਵਾ ਜਿਸ ਸਮੇਂ ਸਤਿਗੁਰੂ ਨੇ ਲਿਖੀ ਹੈ, ਉਸ ਸਮੇਂ ਸਤਿਗੁਰੂ ਨੇ ਆਪਣੇ ਆਪ ਹੀ ਖਾਲਸਾ ਜੀ ਸੇਵਾ ਲੈ ਲੈਣੀ ਹੈ। ਹੁਣ ਜਿਹੜੇ ਜਿਹੜੇ ਮਹਾਰਾਜ ਨੇ ਸਿੰਘ ਦੱਸੇ ਸੀ ਵੀ ਇਹ ਨਾਮਵਰ ਸਿੰਘ ਨੇ, ਇਹਨਾਂ ਨੂੰ ਆਪਣੇ ਨਾਲ ਰਲਾਉਣਾ, ਆਪਣੇ ਜਥੇ ਦੇ ਵਿੱਚ ਸ਼ਾਮਲ ਕਰਕੇ ਫਿਰ ਪੰਜਾਬ ਦੀ ਧਰਤੀ ਤੇ ਵਜੀਦ ਖਾਨ ਨੂੰ ਸੋਧਣਾ। ਤਾਂ ਹੁਣ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੇ ਨਾਮਾਂ ਦੀਆਂ ਚਿੱਠੀਆਂ ਲਿਖ ਕੇ ਪੰਜਾਬ ਦੇਸ਼ ਨੂੰ ਭੇਜਣੀਆਂ ਕੀਤੀਆਂ। ਚੌਪਈ ਤਬ ਬੰਦੇ ਯੋ ਲਿਖ ਫਰਮਾਇਓ। ਤੇ ਉਹਨਾਂ ਹੁਕਮਨਾਮਿਆਂ ਦੇ ਵਿੱਚ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਖ ਕੇ ਫਰਮਾਨ ਕੀਤਾ, ਉਹ ਸਰਵਣ ਕਰਦੇ ਹਾਂ। ਦੇਸ਼ ਲੈਨ ਗੁਰ ਮੋਰ ਪਠਾਇਓ। ਉਹਦੇ ਵਿੱਚ ਇਹ ਸ਼ਬਦ ਉਕਰੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਵੱਲੋਂ ਖਾਲਸਾ ਪੰਥ ਨੂੰ ਬੇਨਤੀ ਕੀਤੀ ਕਿ ਦੀਨ ਦੁਨੀ ਦੇ ਮਾਲਕ ਚੋਜੀ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਦਾਸ ਨੂੰ ਬਖਸ਼ਿਸ਼ ਕਰਕੇ ਥਾਪੜਾ ਦੇ ਕਰਕੇ ਪੰਜਾਬ ਦੀ ਧਰਤੀ ਤੇ ਭੇਜਿਆ ਹੈ। ਸਰਹੰਦਰਿਆਨ ਕੀ ਜੜ ਪੁੱਟਣ ਧਾਇਆ। ਕਿ ਪੰਜਾਬ ਦੀ ਧਰਤੀ ਤੇ ਆ ਕੇ ਸਰਹੰਦ ਦੇ ਵਿੱਚ ਜੋ ਮੁਗਲ ਹਕੂਮਤ ਦਾ ਰਾਜ ਹੈ, ਉਹਦੀਆਂ ਮੈਂ ਜੜਾਂ ਪੱਟ ਦਿਆਂ। ਸੋ ਖਾਲਸਾ ਜੀ ਇਹ ਸਭ ਗੁਰੂ ਦੇ ਥਾਪੜੇ ਨਾਲ ਹੈ। ਗੁਰੂ ਦੇ ਥਾਪੜਾ ਲੈ ਕਰਕੇ ਮੈਂ ਆਇਆ ਤੇ ਤੁਸੀਂ ਸਾਰੇ ਇਸ ਜੰਗ ਦੇ ਵਿੱਚ ਮੇਰਾ ਸਾਥ ਦਿਓ। ਪਰਬਤਿਆਂ ਕੋ ਮੈਂ ਮਾਰਨ ਆਇਆ। ਤੇ ਜਿਹੜਾ ਪਹਾੜੀ ਰਾਜਿਆਂ ਨੇ ਗੁਰੂ ਘਰ ਨਾਲ ਧੋਖਾ ਕੀਤਾ ਹੈ, ਗੁਰੂ ਘਰ ਨਾਲ ਦਗਾ ਕਮਾਈ ਹੈ, ਬਾਬਾ ਬੰਦਾ ਸਿੰਘ ਬਹਾਦਰ ਨੇ ਲਿਖਿਆ ਕਿ ਸਰਹੰਦ ਦੀ ਧਰਤੀ ਨੂੰ ਫਤਿਹ ਕਰਨ ਤੋਂ ਬਾਅਦ, ਥੇ ਕਰਨ ਤੋਂ ਬਾਅਦ ਫਿਰ ਪਰਬਤੀ ਪਹਾੜੀ ਰਾਜਿਆਂ ਦੇ ਨਾਲ ਵੀ ਦੋ ਹੱਥ ਕਰਕੇ ਉਹਨਾਂ ਨੂੰ ਵੀ ਜੰਗ ਦੇ ਮੈਦਾਨ ਵਿੱਚ ਹਾਰ ਦੀ ਧੂੜ ਚਟਾਵਾਂਗੇ। ਮੈਂ ਹੋ ਉਸੀ ਪੁਰਖ ਕੋ ਦਾਸਾ। ਤੇ ਬੰਦਾ ਸਿੰਘ ਬਹਾਦਰ ਨੇ ਕਿਹਾ, ਇਹ ਨਾ ਸਮਝਿਓ ਕਿ ਮੇਰੀ ਕੋਈ ਵੱਖਰੀ ਸ਼ਖਸੀਅਤ ਹੈ, ਬਲਕਿ ਮੈਂ ਉਸ ਪਰਮ ਪੁਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਾਸ ਬਣ ਕੇ ਆਇਆ। ਮੇਰੇ ਵਿੱਚ ਕੋਈ ਤਾਕਤ ਨਹੀਂ, ਪਰ ਮੈਂ ਦਾਸ ਗੁਰੂ ਗੋਬਿੰਦ ਸਿੰਘ ਦਾ, ਤੇ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਤੇ ਮਾਣ ਕਰਕੇ ਮੈਂ ਬਚਨ ਕਰਦਾ ਕਿ ਖਾਲਸਾ ਜੀ ਜੇ ਤੁਸੀਂ ਸਾਥ ਦਿਓ ਤੇ ਮੁਗਲ ਰਾਜ ਦੀਆਂ ਜੜਾਂ ਪੱਟ ਦਿਆਂਗਾ। ਸੋ ਇਸ ਤਰ੍ਹਾਂ ਨਿਮਰਤਾ ਦੇ ਵਿੱਚ ਚਿੱਠੀਆਂ ਲਿਖ ਕਰਕੇ ਪੰਜਾਬ ਦੇ ਸਿੰਘਾਂ ਨੂੰ ਬੰਦਾ ਸਿੰਘ ਬਹਾਦਰ ਨੇ ਭੇਜੀਆਂ। ਕਰਿਓ ਖਾਲਸਾ ਜਿਸੇ ਪ੍ਰਕਾਸ਼ਾ। ਤੇ ਇਹ ਵੀ ਕਿਹਾ ਕਿ ਪਰਮ ਪੁਰਖ ਉਹ ਮਹਾਬਲੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਹੈ, ਜਿਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਹੈ। ਜਿਨ ਗੁਰ ਕੀ ਜਿਨ ਗੁਰ ਜੀ ਸੋ ਬੈਰ ਕਮਾਇਓ। ਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਵੈਰ ਕਮਾਇਆ ਹੈ, ਸਤਿਗੁਰੂ ਦੇ ਨਾਲ ਦਗਾ ਕੀਤੀ ਹੈ, ਬਦਲੋ ਲੈਣ ਤਿਸੇ ਮੈਂ ਆਇਓ। ਉਹਨਾਂ ਦੇ ਨਾਲ ਬਦਲਾ ਲੈਣ ਵਾਸਤੇ, ਉਹਨਾਂ ਨੂੰ ਸੋਧਾ ਲਾਉਣ ਵਾਸਤੇ ਮੈਂ ਨੰਦੇੜ ਦੀ ਧਰਤੀ ਤੋਂ ਚੱਲ ਕੇ ਆਇਆ ਹਾਂ। ਤਿੰਨ ਤਿੰਨ ਕੋ ਮੈਂ ਮਾਰ ਗਰਾਉਂ। ਜਿਨ੍ਹਾਂ ਨੇ ਵੀ ਲੋਕਾਂ ਤੇ ਜ਼ੁਲਮ ਕੀਤੇ ਨੇ, ਜਿਨ੍ਹਾਂ ਨੇ ਲੋਕਾਂ ਤੇ ਅਤਿਆਚਾਰ ਕੀਤੇ ਨੇ, ਹੁਣ ਬਹੁਤ ਸਮਾਂ ਹੋ ਗਿਆ ਅਤਿਆਚਾਰ ਕਰਦਿਆਂ ਨੂੰ, ਪਾਪ ਦਾ ਘੜਾ ਭਰ ਚੁੱਕਿਆ ਹੈ। ਹੁਣ ਇਸ ਵਕਤ ਸਮਾਂ ਆ ਗਿਆ ਹੈ ਕਿ ਮੈਂ ਜ਼ੁਲਮੀ ਲੋਕਾਂ ਦੇ ਜ਼ੁਲਮੀ ਰਾਜ ਦੀਆਂ ਜੜਾਂ ਪੱਟ ਕੇ ਉਹਨਾਂ ਨੂੰ ਮਲੀਆ ਮੇਟ ਕਰ ਦਿਆਂ। ਓ ਸਤਿਗੁਰੂ ਕੋ ਬੰਦਾ ਸਦਾਉ। ਕਿਉਂਕਿ ਜੇ ਮੈਂ ਉਹਨਾਂ ਨੂੰ ਮਲੀਆ ਮੇਟ ਕਰਾਂਗਾ ਤਾਂ ਹੀ ਮੈਂ ਗੁਰੂ ਗੋਬਿੰਦ ਸਿੰਘ ਦਾ ਬੰਦਾ ਬਹਾਦਰ ਕਹਿਲਾਵਾਂਗਾ। ਇਹ ਬਚਨ ਕੀਤੇ ਕਿ ਮੈਂ ਇਹਨਾਂ ਦੇ ਰਾਜ ਦੀਆਂ ਜੜਾਂ ਪੱਟ ਕੇ ਗੁਰੂ ਦਾ ਬੰਦਾ ਆਪਣੇ ਆਪ ਨੂੰ ਅਖਵਾਵਾਂਗਾ। ਯੋ ਪੁਨ ਖਾਲਸੇ ਲਿਖੀ ਅਰਦਾਸ। ਸੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸੇ ਪੰਥ ਨੂੰ ਨਿਮਰਤਾ ਸਹਿਤ ਚਿੱਠੀਆਂ ਲਿਖ ਕਰਕੇ ਭੇਜੀਆਂ। ਭੇਜੇ ਜੋ ਗੁਰ ਨਿਜ ਸਿੱਖ ਪਾਸ ਖਾਸ। ਤੇ ਜਿਹੜੇ ਸਤਿਗੁਰੂ ਦੇ ਖਾਸ ਸਿੰਘ ਹਜੂਰ ਸਾਹਿਬ ਤੋਂ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਸਨ, ਉਹਨਾਂ ਦੇ ਹੱਥ ਇਹ ਚਿੱਠੀਆਂ ਸਿੰਘਾਂ ਦੇ ਕੋਲ ਪਹੁੰਚਾਉਣ ਵਾਸਤੇ ਭੇਜ ਦਿੱਤੀਆਂ। ਜੋ ਸਤਿਗੁਰ ਸੋ ਸਿੱਖ ਹੋ ਸਾਬਤ। ਤੇ ਹੁਕਮਨਾਮਾ ਭੇਜਿਆ ਕਿ ਜਿਹੜਾ ਵੀ ਸਤਿਗੁਰੂ ਦਾ ਸਾਬਤ ਸੂਰਤ ਸਿੱਖ ਹੈ,
ਜਿਹੜਾ ਰਹਿਤ ਮਰਿਆਦਾ ਦੇ ਵਿੱਚ ਪਰਪੱਕ ਹੈ। ਸਾਹਿਬਜ਼ਾਦੇ ਬਹਿਰੇ ਬਾਬਤ, ਉਹ ਸਾਹਿਬਜ਼ਾਦਿਆਂ ਦੇ ਕਤਲ ਦਾ ਵੈਰ, ਜਿਨ੍ਹਾਂ ਨੇ ਵੈਰ ਕਮਾ ਕਰਕੇ ਕਤਲ ਕੀਤਾ, ਉਹਨਾਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਜ਼ਰੂਰ ਜੰਗ ਦੇ ਵਿੱਚ ਸ਼ਾਮਲ ਹੋਵੇ। ਆਏ ਦੇਹੋ ਬੰਦੇ ਕੋ ਸਾਥ, ਤੇ ਆਓ ਵੱਧ ਚੜ ਕੇ ਤੁਸੀਂ ਇਸ ਗੁਰੂ ਦੇ ਬੰਦੇ ਦਾ ਸਾਥ ਦਿਓ। ਖਾਲਸਾ ਜੀ, ਬੰਦਾ ਸਿੰਘ ਬਹਾਦਰ ਦੇ ਜੀਵਨ ਵਿੱਚ ਇੱਕ ਗੱਲ ਬੜੀ ਅਨੋਖੀ ਹੈ ਕਿ ਉਹਨੇ ਆਪਣੇ ਆਪ ਨੂੰ ਗੁਰੂ ਦਾ ਬੰਦਾ ਸਦਵਾਇਆ। ਜਿਹੜਾ ਗੁਰੂ ਦਾ ਬੰਦਾ ਹੁੰਦਾ ਹੈ, ਅਸਲ ਵਿੱਚ ਉਹਦੀ ਸੰਸਾਰ ਤੇ ਫਤਿਹ ਹੁੰਦੀ ਹੈ, ਜੈ ਜੈਕਾਰ ਹੁੰਦੀ ਹੈ। ਜਿਹੜਾ ਆਪਣੇ ਆਪ ਨੂੰ ਗੁਰੂ ਦਾ ਬੰਦਾ ਸਮਝਦਾ, ਉਹੀ ਅਸਲ ਵਿੱਚ ਬਹਾਦਰ ਹੁੰਦਾ। ਪਰ ਸਾਡੇ ਇਹ ਅੱਜ ਦੀ ਤਰਾਸਦੀ ਹੈ ਕਿ ਜਦੋਂ ਕੋਈ ਨਾ ਕੋਈ ਚੰਗਾ ਕੰਮ ਕਰ ਲਈਏ ਤੇ ਅਸੀਂ ਕਹਿੰਦੇ ਆ ਇਹ ਕੰਮ ਮੈਂ ਕਰ ਦਿੱਤਾ, ਮੇਰੀ ਕੋਈ ਵੱਖਰੀ ਸ਼ਖਸੀਅਤ ਹੈ। ਪਰ ਬੰਦਾ ਸਿੰਘ ਬਹਾਦਰ ਨੇ ਇੰਨੀ ਵੱਡੀ ਕੁਰਬਾਨੀ ਕਰਨ ਤੋਂ ਬਾਅਦ ਵੀ ਆਪਣੀ ਹਸਤੀ ਵੱਖਰੀ ਨਹੀਂ ਬਣਾਈ, ਬਲਕਿ ਇਹ ਕਿਹਾ ਕਿ ਜੇ ਮੈਂ ਇਹ ਕੁਝ ਕੀਤਾ ਤਾਂ ਕੀਤਾ ਕਿਉਂਕਿ ਮੈਂ ਬੰਦਾ ਗੁਰੂ ਗੋਬਿੰਦ ਸਿੰਘ ਦਾ, ਮੈਂ ਚੇਲਾ ਗੁਰੂ ਗੋਬਿੰਦ ਸਿੰਘ ਦਾ। ਸੋ ਸਿੱਖ ਦੀ ਭਾਵਨਾ ਇਹੋ ਹੋਣੀ ਚਾਹੀਦੀ ਹੈ ਕਿ ਆਪਣੇ ਗੁਰੂ ਤੇ ਮਾਣ ਕਰੇ। ਗੁਰੂ ਤੇ ਕੀਤਾ ਮਾਣ ਅਕਸਰ ਬੰਦੇ ਨੂੰ ਉਤਾਰਦਾ ਹੈ। ਸੋ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਭਾਈ ਸਿੱਖੋ, ਆਓ ਤੁਸੀਂ ਵੀ ਇਸ ਗੁਰੂ ਦੇ ਬੰਦੇ ਦਾ ਸਾਥ ਦਿਓ। ਗੁਰ ਕੋ ਸਿੱਖ ਸੋ ਸਿੱਖਨ ਭਰਾਤ, ਸੋ ਜਿਹੜੇ ਗੁਰੂ ਦੇ ਸਿੱਖ ਨੇ, ਗੁਰੂ ਕੇ ਸਿੱਖਾਂ ਵਾਸਤੇ ਗੁਰੂ ਕੇ ਸਿੱਖ ਭਰਾਵਾਂ ਵਰਗੇ ਹੁੰਦੇ ਨੇ। ਖਾਲਸਾ ਜੀ, ਇਹ ਰਿਸ਼ਤਾ ਹੁੰਦਾ ਹੈ ਗੁਰਸਿੱਖੀ ਦਾ ਕਿ ਸਿੱਖ ਸਿੱਖ ਨੂੰ ਜਦੋਂ ਵੇਖਦਾ ਹੈ, ਸਿੱਖ ਦਾ ਸਿੱਖ ਦੇ ਨਾਲ ਭਰਾਵਾਂ ਤੋਂ ਵੀ ਵੱਧ ਰਿਸ਼ਤਾ ਹੁੰਦਾ ਹੈ, ਭਰਾਵਾਂ ਤੋਂ ਵੀ ਵੱਧ ਸਾਂਝ ਹੁੰਦੀ ਹੈ। ਸਿੱਖਾਂ ਦੇ ਵਿੱਚ ਕੋਈ ਝਗੜਾ ਨਹੀਂ ਹੁੰਦਾ। ਜਿੱਥੇ ਸਿੱਖੀ ਦਾ ਰਿਸ਼ਤਾ ਆਉਂਦਾ ਹੈ, ਗੁਰਸਿੱਖੀ ਦਾ ਰਿਸ਼ਤਾ ਆਉਂਦਾ ਹੈ, ਉੱਥੇ ਝਗੜੇ ਖਤਮ ਹੋ ਜਾਂਦੇ ਨੇ, ਲੜਾਈਆਂ ਖਤਮ ਹੋ ਜਾਂਦੀਆਂ। ਸੋ ਜੇ ਅੱਜ ਕਿਤੇ ਨਜ਼ਰ ਆਵੇ ਵੀ ਗੁਰਸਿੱਖ ਹੋ ਕਰਕੇ ਗੁਰਸਿੱਖ ਨਾਲ ਝਗੜਾ ਹੈ ਜਾਂ ਗੁਰਸਿੱਖ ਨਾਲ ਵੈਰ ਹੈ, ਫਿਰ ਸਮਝੀਏ ਵੀ ਹਜੇ ਗੁਰਸਿੱਖੀ ਤੋਂ ਕੋਸੋਂ ਦੂਰ ਆ। ਕਿਉਂਕਿ ਜਿਨ੍ਹਾਂ ਕੋਲ ਗੁਰਸਿੱਖੀ ਹੈ, ਭਾਈ ਕਨ੍ਹਈਆ ਜੀ ਕੋਲ, ਉਹਨਾਂ ਨੇ ਤੇ ਚੜ ਕੇ ਆਈ ਮੁਗਲ ਹਕੂਮਤ ਦੇ ਨਾਲ ਵੀ ਵੈਰ ਨਹੀਂ ਕੀਤਾ। ਸੋ ਇਸ ਕਰਕੇ ਗੁਰਸਿੱਖੀ ਦਾ ਇਹ ਰਿਸ਼ਤਾ ਹੈ ਵੀ ਗੁਰਸਿੱਖ ਗੁਰਸਿੱਖਾਂ ਨੂੰ ਭਰਾਵਾਂ ਵਰਗੇ, ਭਰਾਵਾਂ ਤੋਂ ਵੀ ਵੱਧ ਪਿਆਰੇ ਹੁੰਦੇ ਨੇ। ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਵੀ ਜਦੋਂ ਗੁਰਸਿੱਖ ਵਿਖੇ ਨਾ, ਬਸ ਜਾ ਕੇ ਉਹਦੇ ਪੈਰੀ ਪੈ ਜਾਵੋ ਤੇ ਪੈਰੀ ਪੈ ਕਰਕੇ ਉਹਦੇ ਚਰਨਾਂ ਦੀ ਧੂੜ, ਗੁਰੂ ਕੇ ਚਰਨਾਂ ਦੀ ਧੂੜ ਸਮਝ ਕਰਕੇ ਮੱਥੇ ਨਾਲ ਲਾ ਲਵੋ। ਪਰ ਇਹ ਵੀ ਤਰਾਸਦੀ ਹੈ ਵੀ ਅੱਜ ਇੰਨਾ ਕਿ ਧੜੇ ਬੰਦੀਆਂ ਵਿੱਚ ਅਸੀਂ ਆਪਣੇ ਆਪ ਨੂੰ ਬੰਨ ਲਿੱਤਾ ਹੈ ਵੀ ਜਦੋਂ ਕੋਈ ਸਿੱਖ ਨਜ਼ਰ ਆਉਂਦਾ ਹੈ, ਪਹਿਲਾਂ ਵੇਖਦੇ ਹਾਂ ਵੀ ਮੇਰੇ ਧੜੇ ਦਾ ਏ, ਮੇਰੀ ਸੰਸਥਾ ਦਾ ਏ ਕਿ ਦੂਸਰੇ ਧੜੇ ਦਾ ਏ। ਤੇ ਜੇ ਆਪਣੇ ਧੜੇ ਦਾ ਹੋਵੇਗਾ ਫਿਰ ਫਤਿਹ ਬੁਲਾਉਂਦੇ ਆ, ਨਹੀਂ ਤੇ ਫਤਿਹ ਬੁਲਾਉਣ ਨੂੰ ਤਿਆਰ ਨਹੀਂ। ਪਰ ਸਿੱਖ ਜਦੋਂ ਸਿੱਖ ਨੂੰ ਵਿਖੇ ਤੇ ਖਾਲਸਾ ਜੀ, ਸਿੱਖ ਦਾ ਰੋਮ ਰੋਮ ਖਿੜ ਜਾਵੇ, ਚਾਹ ਚੜ ਜਾਵੇ ਵੀ ਗੁਰੂ ਗੋਬਿੰਦ ਸਿੰਘ ਦਾ ਰੂਪ ਆ ਰਿਹਾ ਤੇ ਗੁਰੂ ਕਾ ਰੂਪ ਸਮਝ ਕਰਕੇ ਕਹਿੰਦੇ ਆਪਣੀ ਜਾਨ ਤੋਂ ਵੱਧ ਪਿਆਰਾ ਜਾਣ ਕਰਕੇ ਉਸ ਸਿੱਖ ਦੇ ਚਰਨਾਂ ਨੂੰ ਜਾ ਕੇ ਨਮਸਕਾਰ ਕਰੇ। ਦੋਹਰਾ ਜੋ ਖਾਲਸੇ ਮੈਂ ਆਏ ਰਲੇ, ਪਾਤਸ਼ਾਹੀਓਂ ਵੱਡਾ ਹੋਏ। ਬਾਬਾ ਬੰਦਾ ਸਿੰਘ ਬਹਾਦਰ ਨੇ ਬਚਨ ਕੀਤਾ ਵੀ ਜਿਹੜਾ ਖਾਲਸੇ ਪੰਥ ਵਿੱਚ ਆ ਕੇ ਰਲ ਜਾਵੇਗਾ ਤੇ ਉਸ ਨੂੰ ਗੁਰੂ ਨਾਨਕ ਦੇ ਘਰ ਦੀ ਪਾਤਸ਼ਾਹੀ ਮਿਲੇਗੀ। ਜਿਹੜਾ ਖਾਲਸੇ ਦੀ ਰਹਿਤ ਤੇ ਤੁਰੇਗਾ, ਉਹਨੂੰ ਗੁਰੂ ਨਾਨਕ ਦੀ ਦਰਗਾਹ ਦੇ ਵਿੱਚੋਂ ਮਾਨ ਪ੍ਰਾਪਤ ਹੋਵੇਗਾ। ਜੋ ਖਾਲਸੇ ਨੂੰ ਨਹਿ ਮਿਲੇ, ਰਹਿ ਪਛਤਾਵਤ ਹੋਏ। ਤੇ ਜਿਹੜਾ ਖਾਲਸੇ ਦੀ ਸ਼ਰਨੀ ਜਾਂ ਖਾਲਸੇ ਦੀ ਰਹਿਤ ਮਰਿਆਦਾ ਤੇ ਨਹੀਂ ਚੱਲਦਾ, ਕਹਿੰਦੇ ਉਹ ਬਾਅਦ ਵਿੱਚ ਉਹਦੇ ਹੱਥ ਵਿੱਚ ਪਛਤਾਵਾ ਆ ਜਾਵੇਗਾ। ਕਿਉਂਕਿ ਖਾਲਸਾ ਜੀ, ਜੋ ਸਤਿਗੁਰੂ ਨੇ ਸਾਨੂੰ ਰਹਿਤ ਮਰਿਆਦਾ ਦਿੱਤੀ ਹੈ, ਰਹਿਣੀ ਬਹਿਣੀ ਦਿੱਤੀ ਹੈ ਨਾ, ਇਹ ਰਹਿਤ ਮਰਿਆਦਾ ਹਰ ਪੱਖੋਂ ਪੂਰਨ ਹੈ। ਅੱਜ ਵੀ ਜੇ ਆਪਾਂ ਵੇਖੀਏ, ਮਹਾਮਾਰੀ ਦੇ ਵਿੱਚ, ਕੋਵਿਡ ਦੇ ਵਿੱਚ ਜੋ ਗੱਲਾਂ ਸਾਨੂੰ ਡਾਕਟਰਸ ਨੇ ਹਦਾਇਤ ਕੀਤੀਆਂ, ਉਹ ਸਾਰੀਆਂ ਗੱਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਰਹਿਤਨਾਮਿਆਂ ਵਿੱਚ ਜਾਂ ਆਪਣੇ ਪਾਵਨ ਇਤਿਹਾਸਕ ਗ੍ਰੰਥਾਂ ਦੇ ਵਿੱਚ ਖਾਲਸੇ ਨੂੰ ਸਦੀਆਂ ਪਹਿਲਾਂ ਹੀ ਦੱਸ ਕੇ ਜਾ ਚੁੱਕੇ ਨੇ ਕਿ ਭਾਈ ਸੰਜਮ ਵਿੱਚ ਖਾਣਾ, ਸੰਜਮ ਵਿੱਚ ਬੋਲਣਾ, ਸੰਜਮ ਵਿੱਚ ਵਿਚਰਨਾ, ਵਾਤਾਵਰਨ ਨੂੰ ਸਾਫ਼ ਰੱਖਣਾ, ਆਪਣੇ ਤਨ ਦੀ ਸਾਫ਼ ਸਫਾਈ ਰੱਖਣੀ, ਤੇ ਜਿਹੜਾ ਭੋਜਨ ਹੈ ਆਪਣੇ ਹੱਥੀਂ ਬਣਾ ਕਰਕੇ ਆਪਣੇ ਘਰ ਦੇ ਵਿੱਚ ਸਰਬ ਲੋਹ ਦੇ ਭਾਂਡਿਆਂ ਵਿੱਚ ਖਾਣਾ। ਭਾਵ ਜੋ ਗੁਰੂ ਨੇ ਰਹਿਤ ਦੱਸੀ ਹੈ, ਜੋ ਗੁਰੂ ਨੇ ਮਰਿਆਦਾ ਦੱਸੀ ਹੈ, ਖਾਲਸਾ ਜੀ ਜਿਹੜਾ ਉਸ ਰਹਿਤ ਨੂੰ
ਉਸ ਰਹਿਤ ਤੇ ਚੱਲ ਕਰਕੇ ਆਪਣੇ ਜੀਵਨ ਨੂੰ ਢਾਲਦਾ ਹੈ। ਸਤਿਗੁਰ ਦੀ ਕਿਰਪਾ ਦੇ ਨਾਲ ਉਹਦਾ ਜੀਵਨ ਸੱਚਖੰਡ ਬਣ ਜਾਂਦਾ ਹੈ। ਤੇ ਜਿਹੜਾ ਰਹਿਤ ਤੇ ਨਹੀਂ ਚੱਲਦਾ, ਉਹ ਫਿਰ ਬਾਣੀ ਦਾ ਫਰਮਾਨ ਹੈ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਵੀ ਇਹੋ ਜਿਹਾ ਕੰਮ ਹੀ ਨਾ ਕਰੋ ਬਾਅਦ ਵਿੱਚ ਪਛਤਾਵਾ ਹੱਥ ਆ ਜਾਵੇ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਭਾਈ ਜਿਹੜਾ ਖਾਲਸੇ ਦੀ ਰਹਿਤ ਵਿੱਚ ਨਹੀਂ ਆਵੇਗਾ, ਉਹਦੇ ਹੱਥ ਬਾਅਦ ਵਿੱਚ ਪਛਤਾਵਾ ਹੀ ਆਉਣਾ ਹੈ। ਦੋਹਰਾ ਕਾਬਲਿਓ ਕੰਧਾਰ ਲੋ ਨੱਠੇ ਪੱਖਰ ਦਾਏ। ਸੋ ਖਾਲਸਾ ਜੀ ਪੱਖਰ ਤੇ ਕਾਬਲ ਕੰਧਾਰ ਤੱਕ ਗੁਰੂ ਕਾ ਸਿੱਖ ਉੱਥੋਂ ਤੱਕ ਵਸਦਾ ਸੀਗਾ। ਉੱਥੋਂ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਫੈਲੀ ਹੋਈ ਸੀ। ਕਾਬਲ ਕੰਧਾਰ, ਅਫਗਾਨਿਸਤਾਨ, ਤਿੱਬਤ ਤੱਕ, ਲੇਹ ਲਦਾਖ ਤੱਕ ਗੁਰੂ ਕੇ ਸਿੱਖਾਂ ਨੇ ਖਾਲਸਾ ਪੰਥ ਦੇ ਨਿਸ਼ਾਨ ਚਲਾਏ ਸੀ। ਕਾਬਲ ਕੰਧਾਰ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮਨਾਮੇ ਭੇਜੇ, ਕਿਉਂਕਿ ਜੋ ਸਿੱਖੀ ਦਾ ਕਨਸੈਪਟ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਤੇ ਨਹੀਂ ਕਿਹਾ ਵੀ ਇੱਕ ਇਲਾਕੇ ਦੇ ਵਿੱਚ ਪ੍ਰਚਾਰ ਕਰੋ, ਇੱਕ ਨਗਰ ਦੇ ਵਿੱਚ ਪ੍ਰਚਾਰ ਕਰੋ, ਇੱਕ ਸ਼ਹਿਰ ਵਿੱਚ, ਇੱਕ ਸਟੇਟ ਵਿੱਚ ਪ੍ਰਚਾਰ ਕਰੋ, ਬਲਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕਨਸੈਪਟ, ਸਤਿਗੁਰੂ ਦਾ ਜੋ ਮੈਸੇਜ ਹੈ, ਉਹ ਸਮੁੱਚੀ ਕਾਇਨਾਤ ਵਾਸਤੇ, ਕੁੱਲ ਦੁਨੀਆ ਵਾਸਤੇ ਸਰਬ ਸਾਂਝਾ ਹੈ। ਇਸੇ ਕਰਕੇ ਮਹਾਰਾਜ ਜੇ ਸੁਲਤਾਨਪੁਰ ਗਏ, ਸੁਲਤਾਨਪੁਰ ਡੇਰਾ ਲਾ ਕੇ ਬੈਠੇ ਨਹੀਂ, ਗੱਦੀ ਨਹੀਂ ਲਾਈ ਮਹਾਰਾਜ ਨੇ। ਜੇ ਕਰਤਾਰਪੁਰ ਗਏ ਤੇ ਕਰਤਾਰਪੁਰ ਵੀ ਬਾਬੇ ਨੇ ਗੱਦੀ ਨਹੀਂ ਲਾਈ। ਜੇ ਖਡੂਰ ਸਾਹਿਬ ਗਏ ਤੇ ਡੇਰਾ ਬਣਾ ਕੇ ਸੇਵਾਦਾਰ ਰੱਖ ਕੇ ਗੱਦੀ ਲਾ ਕੇ ਬੈਠੇ ਨਹੀਂ। ਜੇ ਅੰਮ੍ਰਿਤਸਰ ਵਸਾਇਆ ਤੇ ਗੱਦੀ ਲਾ ਕੇ ਸੇਵਾਦਾਰ ਰੱਖ ਕੇ ਬੈਠੇ ਨਹੀਂ, ਬਲਕਿ ਜਦੋਂ ਅੰਮ੍ਰਿਤਸਰ ਵੀ ਵਸਾਇਆ, ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੀ ਧਰਤੀ ਤੇ ਦਵਾਖਾਨੇ ਵੀ ਬਣਾਏ। ਸਿੱਧੀ ਭਾਸ਼ਾ ਚ ਕਵਾਂ, ਹੌਸਪੀਟਲ ਮਹਾਰਾਜ ਨੇ ਬਣਵਾਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ। ਕਿਉਂਕਿ ਸਿੱਖੀ ਦਾ ਕਨਸੈਪਟ ਇਹ ਨਹੀਂ ਵੀ ਤੁਸੀਂ ਇੱਕ ਪਿੰਡ ਦੇ ਵਿੱਚ 10 ਗੁਰਦੁਆਰੇ ਬਣਾ ਲਵੋ, ਇੱਕ ਸ਼ਹਿਰ ਵਿੱਚ 10 ਗੁਰਦੁਆਰੇ ਬਣਾ ਲਵੋ। ਸਤਿਗੁਰੂ ਕਹਿੰਦੇ ਇੱਕ ਇਲਾਕੇ ਵਿੱਚ ਗੁਰਦੁਆਰਾ ਭਾਵੇਂ ਇੱਕ ਹੋਵੇ, ਪਰ ਉਸ ਸ਼ਹਿਰ ਦੇ ਵਿੱਚ ਵਿਦਿਆ ਕੇਂਦਰ, ਸਕੂਲ ਵੱਧ ਤੋਂ ਵੱਧ ਹੋਣੇ ਚਾਹੀਦੇ ਨੇ, ਹੌਸਪੀਟਲ ਵੱਧ ਤੋਂ ਵੱਧ ਹੋਣੀ ਚਾਹੀਦੇ ਨੇ, ਜਿਨ੍ਹਾਂ ਦੇ ਵਿੱਚੋਂ ਬੰਦੇ ਨੂੰ ਜੀਵਨ ਜਾਚ ਮਿਲਣੀ ਹੈ। ਸੋ ਉਸ ਵਕਤ ਕਾਬਲ ਕੰਧਾਰ ਤੱਕ, ਅਫਗਾਨਿਸਤਾਨ ਤੱਕ ਗੁਰੂ ਨਾਨਕ ਦੀ ਸਿੱਖੀ ਫੈਲੀ ਸੀ ਤੇ ਬੰਦਾ ਸਿੰਘ ਬਹਾਦਰ ਨੇ ਕਾਬਲ ਕੰਧਾਰ ਤੱਕ ਹੁਕਮਨਾਮੇ ਲਿਖ ਕਰਕੇ ਭੇਜੇ ਸਨ। ਪੂਰਬ ਦੱਖਣ ਉੱਤਰ ਸੋ ਚਿੱਠੇ ਦੇ ਪਹੁੰਚਾਏ। ਅਤੇ ਦੱਖਣ ਤੋਂ ਲੈ ਕਰਕੇ ਪੂਰਬ ਤੱਕ ਖਾਲਸਾ ਜੀ ਜਿੰਨੇ ਵੀ ਇਲਾਕੇ ਸਨ, ਉਹਨਾਂ ਥਾਵਾਂ ਤੇ ਬੰਦਾ ਸਿੰਘ ਬਹਾਦਰ ਨੇ ਹੁਕਮਨਾਮੇ ਪਹੁੰਚਾਉਣੇ ਕੀਤੇ। ਜੋ ਪਈ ਜੋ ਸਿੱਖ ਹੈ ਗੁਰੂ ਕੋ ਪੂਰੋ। ਔਰ ਬਚਨ ਕੀਤਾ ਕਿ ਭਾਈ ਜਿਹੜਾ ਵੀ ਪੂਰੇ ਸਤਿਗੁਰੂ ਦਾ ਸਿੱਖ ਹੈ, ਸਜਾਦਨ ਬੈਰ ਲੈਣ ਆਇਓ ਜਰੂਰੋ। ਤਾਂ ਉਹ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਵਾਸਤਾ ਹੈ ਉਹਨਾਂ ਨੂੰ ਕਿ ਸਰਹੰਦ ਦੀ ਧਰਤੀ ਤੇ ਜਾ ਕਰਕੇ ਵਜੀਦ ਖਾਂ ਦਾ ਸੋਧਾ ਲਾਉਣ ਵਾਸਤੇ ਤੁਸੀਂ ਜੰਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਜ਼ਰੂਰ ਆਇਓ। ਜੋ ਜੀਵਗ ਸੋ ਪਾਉਗ ਰਾਜ। ਤੇ ਜਿਹੜਾ ਵੀ ਇਸ ਜੰਗ ਦੇ ਵਿੱਚ ਸ਼ਾਮਲ ਹੋਵੇਗਾ, ਗੁਰੂ ਘਰ ਵਾਸਤੇ ਕੁਰਬਾਨੀ ਕਰੇਗਾ, ਉਹਨੂੰ ਨਿਹਚਲ ਰਾਜ ਦੀ ਪ੍ਰਾਪਤੀ ਹੋਵੇਗੀ। ਜੋ ਗੁਮਰ ਹੋਊਗਾ ਅਗਲੋ ਕਾਜ। ਤੇ ਜੇ ਕਿਤੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਵੀ ਹੋਣਾ ਪਿਆ ਤੇ ਉਸ ਨੂੰ ਗੁਰੂ ਨਾਨਕ ਦੇ ਘਰ ਦੀ ਦਰਗਾਹ ਮਿਲੇਗੀ, ਗੁਰੂ ਦੀ ਗੋਦ ਮਿਲੇਗੀ। ਐਸੀ ਭੇਜੀ ਲਿਖੇ ਅਰਦਾਸ। ਇਸ ਤਰ੍ਹਾਂ ਹੁਕਮਨਾਮੇ ਲਿਖ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਿਆਂ ਨੂੰ ਭੇਜੇ। ਭੇਜੀ ਖਾਲਸੇ ਖਾਲਸੇ ਪਾਸ। ਤੇ ਗੁਰੂ ਕੇ ਸਿੱਖਾਂ ਦੇ ਹੱਥ, ਗੁਰੂ ਕੇ ਖਾਲਸੇ ਦੇ ਹੱਥ ਹੁਕਮਨਾਮੇ ਦੇ ਕਰਕੇ ਸਿੱਖਾਂ ਦੇ ਘਰ ਘਰ ਇਹ ਹੁਕਮਨਾਮੇ ਪਹੁੰਚਾਏ। ਸੋ ਸੁਨ ਖਾਲਸੇ ਸਿਰ ਪਰ ਧਰੀ। ਤੇ ਜਦੋਂ ਹੁਕਮਨਾਮੇ ਸਿੱਖਾਂ ਦੇ ਕੋਲ ਪਹੁੰਚੇ, ਹੁਕਮਨਾਮੇ ਪੜ੍ਹਦੇ ਸਾਰੀ ਸਿੱਖਾਂ ਨੇ ਫੈਸਲਾ ਲੈ ਲਿਆ ਤੁਰ ਤਰਲਨ ਕੀ ਤਿਆਰੀ ਕਰੀ ਕਿ ਤੁਰੰਤ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਾ ਕਰਕੇ ਜਥੇ ਦੇ ਵਿੱਚ ਸ਼ਾਮਲ ਹੋ ਕਰਕੇ ਜੰਗ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਕਿਸੇ ਸਿੱਖ ਪੈ ਖਰਚ ਨਾ ਹੋਏ। ਤੇ ਕਹਿੰਦੇ ਜਦੋਂ ਹੁਕਮਨਾਮੇ ਪਹੁੰਚੇ, ਹੁਣ ਆਵਾਜਾਈ ਵਾਸਤੇ ਖਰਚਾ ਵੀ ਚਾਹੀਦਾ, ਮਾਇਆ ਵੀ ਚਾਹੀਦੀ ਹੈ, ਕਿਉਂਕਿ ਜਿਨੇ ਕਾਬਲ ਕੰਧਾਰ ਤੋਂ ਚੱਲ ਕੇ ਦਿੱਲੀ ਪਹੁੰਚਣਾ, ਉਹਦੇ ਕੋਲ ਮਾਇਆ ਹੋਵੇਗੀ ਤੇ ਤਾਂ ਹੀ ਪਹੁੰਚੇਗਾ। ਜਿਨੇ ਮਾਝੇ ਤੋਂ, ਮਾਲਵੇ ਤੋਂ, ਦਮਦਮਾ ਸਾਹਿਬ, ਬਠਿੰਡੇ ਤੋਂ ਜਾਂ ਅਨੰਦਪੁਰ ਸਾਹਿਬ ਤੋਂ, ਊਨਾ ਸਾਹਿਬ ਤੋਂ ਜਾਂ ਲੇਹ ਲਦਾਖ ਤੋਂ ਚੱਲ ਕੇ ਦਿੱਲੀ ਪਹੁੰਚਣਾ, ਬੰਦਾ ਸਿੰਘ ਬਹਾਦਰ ਦੇ ਕੋਲ ਤੇ ਖਰਚਾ ਚਾਹੀਦਾ।
ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਜਿਹੜੇ ਉਹਨਾਂ ਦਿਨਾਂ ਵਿੱਚ ਗਰੀਬ ਸਿੱਖ ਸੀ, ਜਿਨ੍ਹਾਂ ਕੋਲ ਖਰਚਾ ਨਹੀਂ ਸੀ, ਮਾਇਆ ਨਹੀਂ ਹੁੰਦੀ ਸੀ, ਬਿਨਾ ਖਰਚ ਵੰਡੇ ਖਾਵੈ ਸੋਏ, ਤਾਂ ਦੂਸਰੇ ਗੁਰੂ ਕੇ ਸਿੱਖ ਵੰਡ ਕੇ ਛਕਣ ਦੀ ਹਦਾਇਤ ਦੇ ਉੱਤੇ ਪਹਿਰਾ ਦਿੰਦੇ ਸੀ। ਜੇ ਕਿਸੇ ਕੋਲ ਖਰਚਾ ਨਹੀਂ ਸੀ ਹੁੰਦਾ, ਉਹਨੂੰ ਖਰਚਾ ਦੇ ਦਿੰਦੇ ਸੀ, ਉਹਨੂੰ ਮਾਇਆ ਦੇ ਦਿੰਦੇ ਸੀ ਕਿ ਆ ਵੀਰਿਆ ਮੈਂ ਤੇਰਾ ਖਰਚਾ ਚੱਕਦਾ ਤੇ ਆ ਆਪਾਂ ਚੱਲ ਕੇ ਖਾਲਸੇ ਦੇ ਜਥੇ ਵਿੱਚ ਸ਼ਾਮਲ ਹੋਈਏ। ਅਸਿੱਖ ਸਿੱਖਨ ਕੋ ਦੇਵੈ ਨਾਹੀ, ਪਰ ਕਹਿੰਦੇ ਜਿਹੜੇ ਸਿੱਖ ਨੇ ਉਹੀ ਗੁਰਸਿੱਖਾਂ ਦਾ ਭਲਾ ਕਰਦੇ ਨੇ, ਜਿਹੜੇ ਅਸਿੱਖ ਨੇ, ਜਿਹੜੇ ਗੁਰੂ ਘਰ ਦੀ ਸਿੱਖਿਆ ਨੂੰ ਨਹੀਂ ਮੰਨਦੇ, ਉਹ ਕਦੇ ਵੀ ਦਾਨ ਨਹੀਂ ਦਿੰਦੇ, ਕਦੇ ਦਸਵੰਧ ਨਹੀਂ ਦਿੰਦੇ। ਕਹੇ ਸਿੱਖ ਸਭ ਊਹਾ ਮਰਾਹੀ, ਬਲਕਿ ਉਹ ਤੇ ਉਹਨਾਂ ਦਿਨਾਂ ਵਿੱਚ ਵੀ ਇਹ ਗੱਲ ਕਰਦੇ ਸੀ ਵੀ ਆ ਜਿੰਨੇ ਵੀ ਇਕੱਠੇ ਹੋ ਕਰਕੇ ਮੁਗਲ ਹਕੂਮਤ ਦੇ ਖਿਲਾਫ ਲੜਨ ਜਾ ਰਹੇ ਨੇ, ਇਹਨਾਂ ਨੇ ਅੰਤ ਨੂੰ ਮਾਰੇ ਜਾਣਾ, ਇਹਨਾਂ ਨੇ ਖਤਮ ਹੋ ਜਾਣਾ। ਦੋਹਰਾ ਹੱਥੀ ਪੈਰੀ ਪੈ ਲਵੇ, ਕਰ ਦੂਨੋ ਚੋਨ ਕਰਾਰ। ਪਰ ਖਾਲਸਾ ਜੀ ਕਈ ਐਸੇ ਇਲਾਕੇ ਸਨ ਜਿਨ੍ਹਾਂ ਦੇ ਵਿੱਚ ਇੱਕ ਇੱਕ ਸਿੱਖ ਦਾ ਹੀ ਘਰ ਹੁੰਦਾ ਸੀ, ਉਸ ਇਲਾਕੇ ਵਿੱਚ ਕੱਲਾ ਸਿੱਖ ਹੀ ਹੁੰਦਾ ਸੀ। ਤੇ ਕਹਿੰਦੇ ਉਹਨੇ ਦੂਸਰਿਆਂ ਦੇ ਕੋਲੋਂ ਕਰਜ਼ਾ ਲੈ ਲੈਣਾ ਕਿ ਭਾਈ ਮੈਨੂੰ ਥੋੜੀ ਮਾਇਆ ਦੇ ਦੇ, ਮੈਂ ਖਾਲਸੇ ਦੇ ਜਥੇ ਵਿੱਚ ਰਲਣਾ, ਤੇ ਜਦੋਂ ਜੰਗ ਤੋਂ ਬਾਅਦ ਵਾਪਸ ਆਵਾਂਗਾ ਤੈਨੂੰ 4 ਗੁਣਾ ਕਰਕੇ ਵਿਆਜ ਸਮੇਤ ਵਾਪਸ ਕਰ ਦਵਾਂਗਾ। ਜੀਵਤ ਆਏ ਆਏ ਦਿਵੇ, ਮੋਏ ਅਗਲੇ ਸੰਸਾਰ। ਕਮਾਈ ਵਾਲੇ ਸਨ, ਬੰਦਗੀ ਵਾਲੇ ਸਨ, ਇਸ ਕਰਕੇ ਇਹ ਬਚਨ ਵੀ ਕਰਦੇ ਸਨ ਵੀ ਜੇ ਤੇ ਜਿਉਂਦਾ ਰਿਹਾ ਆ ਕੇ ਵਾਪਸ ਕਰ ਦਵਾਂਗਾ, ਤੇ ਜੇ ਮਰ ਗਿਆ ਤੇ ਰੱਬ ਦੀ ਦਰਗਾਹ ਵਿੱਚ ਵੀ ਤੇਰਾ ਦੇਣਦਾਰ ਹੋਵਾਂਗਾ, ਉੱਥੇ ਵੀ ਤੇਰਾ ਦੇਣਾ ਤੈਨੂੰ ਵਾਪਸ ਕਰਾਂਗਾ, ਤੇਰਾ ਲੇਖਾ ਤੈਨੂੰ ਵਾਪਸ ਕਰਾਂਗਾ। ਕਿਉਂਕਿ ਇਹ ਸੱਚ ਹੈ। ਅੱਜ ਦੁਨੀਆ ਦੇ ਵਿੱਚ ਆਪਾਂ ਵੇਖਦੇ ਹਾਂ ਲੋਕ ਠੱਗੀਆਂ ਮਾਰਦੇ ਨੇ, ਲੋਕਾਂ ਦੀ ਹੱਕ ਸੱਚ ਦੀ ਕਮਾਈ ਖਾਂਦੇ ਨੇ, ਪਰ ਚੇਤੇ ਰੱਖਿਓ ਖਾਲਸਾ ਜੀ, ਜੇ ਕਿਸੇ ਦੀ ਹੱਕ ਦੀ ਕਮਾਈ ਖਾ ਰਹੇ ਆ, 1 ਰੁਪਈਆ ਵੀ ਖਾ ਲਿਆ ਨਾ ਕਿਸੇ ਦੇ ਹੱਕ ਦਾ, ਤੇ ਭਾਵੇਂ ਇਸ ਜਨਮ ਵਿੱਚ ਸਾਡੀ ਨੀਅਤ ਵਾਪਸ ਦੇਣ ਦੀ ਨਾ ਹੋਵੇ, ਇਹ ਨਹੀਂ ਪਤਾ ਵੀ ਰੱਬ ਨੇ ਅਗਲੇ ਜਨਮ 'ਚ ਉਹਦੇ ਹੀ ਘਰ ਦੇ ਵਿੱਚ ਕੀੜੇ ਮਕੋੜੇ ਬਣਾ ਕੇ ਭੇਜ ਦੇਣਾ ਵੀ ਇਹਦਾ ਲੇਖਾ ਵਾਪਸ ਕਰ। ਜਿਹਦੇ ਤੋਂ ਜੋ ਲਵਾਂਗੇ ਉਹਨੂੰ ਵਾਪਸ ਕਰਨਾ ਪਵੇਗਾ। ਇਸ ਕਰਕੇ ਸਤਿਗੁਰੂ ਨੇ ਕਿਹਾ ਵੀ ਕਿਸੇ ਦਾ ਹੱਕ ਨਾ ਖਾ, ਕਿਸੇ ਦਾ ਮਾੜਾ ਨਾ ਕਰ, ਕਿਸੇ ਦਾ ਬੁਰਾ ਨਾ ਸੋਚ, ਕਿਸੇ ਬਾਰੇ ਬੁਰਾ ਕਰ ਵੀ ਨਾ। ਆਪਣੇ ਹੱਥੀਂ ਕਿਰਤ ਕਰ, ਆਪਣੇ ਹੱਕ ਸੱਚ ਦੀ ਕਮਾ ਕੇ ਖਾ, ਤੇ ਲੋਕਾਂ ਦਾ ਲੋੜਵੰਦਾਂ ਦਾ ਭਲਾ ਕਰ, ਤਾਂ ਤੇਰੇ ਤੇ ਰੱਬ ਦੀ ਮਿਹਰ ਹੋਵੇਗੀ। ਚੌਪਈ ਕਈ ਸਿੱਖ ਦੇਵੇ ਗੁਰ ਸਵਾਰਥ। ਤੇ ਖਾਲਸਾ ਜੀ ਜਿਨ੍ਹਾਂ ਦੇ ਕੋਲ ਧਨ ਹੁੰਦਾ ਸੀ, ਉਹ ਗੁਰੂ ਕਿਆਂ ਸਿੱਖਾਂ ਨੂੰ ਗੁਰੂ ਘਰ ਵਾਸਤੇ ਬਿਨਾਂ ਝਿਜਕ ਤੋਂ ਮਾਇਆ ਦੇ ਦਿੰਦੇ ਸੀ ਕਿ ਭਾਈ ਤੁਸੀਂ ਗੁਰੂ ਘਰ ਦੀ ਸੇਵਾ ਕਰਨੀ ਹੈ, ਜੰਗ ਵਿੱਚ ਜਾਣਾ, ਇਸ ਕਰਕੇ ਜਾਓ, ਜਾ ਕਰਕੇ ਗੁਰੂ ਘਰ ਦੇ ਕਾਰਜ ਵਿੱਚ ਸ਼ਮੂਲੀਅਤ ਕਰੋ। ਤਨ ਮਨ ਧਨ ਦੇਹੋ ਗੁਰੇ ਪਰਮਾਰਥ। ਗੁਰੂ ਦੇ ਰਾਹ ਤੇ ਤੁਰਨ ਵਾਲਿਆਂ ਨੂੰ ਤਨ ਮਨ ਧਨ ਉਹ ਸਮਰਪਿਤ ਕਰ ਦਿੰਦੇ ਸਨ। ਮਝੈਲ ਰਸਤੋ ਜੋ ਸਿੱਧੋ ਤਕਾਵੈ। ਤੇ ਖਾਲਸਾ ਜੀ ਹੁਣ ਜਿਹੜੇ ਮਾਝੇ ਦੇ ਰਹਿਣ ਵਾਲੇ ਮਝੈਲ ਸਿੰਘ ਨੇ, ਉਹ ਵੀ ਚਾਹੁੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਸਿੱਧਾ ਪਹੁੰਚ ਜਾਈਏ। ਤੁਰਕ ਭੋਜ ਬੋ ਰਾਹੇ ਚੁਰਕਾਵੈ। ਪਰ ਜਦੋਂ ਵਜੀਦ ਖਾਨ ਨੂੰ ਪਤਾ ਲੱਗਾ ਵੀ ਗੁਰੂ ਦਾ ਥਾਪੜਾ ਲੈ ਕੇ ਬੰਦਾ ਸਿੰਘ ਬਹਾਦਰ ਪਹੁੰਚ ਚੁੱਕਿਆ ਹੈ, ਤੇ ਕਹਿੰਦੇ ਖਾਲਸਾ ਜੀ ਉਦੋਂ ਮੁਗਲ ਹਕੂਮਤ ਨੇ ਜਗ੍ਹਾ ਜਗ੍ਹਾ ਤੇ ਪਹਿਰੇ ਲਾ ਦਿੱਤੇ, ਸਿੱਧੀ ਭਾਸ਼ਾ 'ਚ ਕਹੀਏ ਕਰਫਿਊ ਕਰ ਦਿੱਤੇ ਕਿ ਸਿੰਘਾਂ ਨੂੰ ਸਿੰਘਾਂ ਦੇ ਨਾਲ ਮਿਲਣ ਨਾ ਦਿੱਤਾ ਜਾਵੇ। ਮਾਝਾ, ਮਾਲਵਾ, ਦੁਆਬਾ, ਆਨੰਦਪੁਰ ਸਾਹਿਬ ਦੀ ਸਾਰੀ ਜੂ, ਰੋਪੜ ਦਾ ਇਲਾਕਾ, ਪਰਾਂ ਕਾਬਲ ਕੰਧਾਰ ਦਾ ਇਲਾਕਾ, ਲੇਹ ਲਦਾਖ ਦਾ ਇਲਾਕਾ, ਇਹ ਸਾਰੇ ਇਲਾਕੇ ਸੀਲ ਕਰ ਦਿੱਤੇ ਵੀ ਕੋਈ ਵੀ ਸਿੱਧਾ ਜਾ ਕੇ ਬੰਦਾ ਸਿੰਘ ਬਹਾਦਰ ਨੂੰ ਨਾ ਮਿਲੇ। ਤੇ ਜਦੋਂ ਮਾਝੇ ਦੇ ਭਾਵ ਅੰਮ੍ਰਿਤਸਰ ਵਾਲੇ ਏਰੀਏ ਦੇ ਸਿੰਘ ਚਾਹੁੰਦੇ ਨੇ ਬੰਦਾ ਸਿੰਘ ਬਹਾਦਰ ਨੂੰ ਮਿਲਣਾ, ਪਰ ਵੇਖਦੇ ਆ ਵੀ ਜਗ੍ਹਾ ਜਗ੍ਹਾ ਪਹਿਰੇ ਲੱਗੇ ਆ, ਉਦੋਂ ਫਿਰ ਮਨ ਦੇ ਵਿੱਚ ਵਿਚਾਰਾਂ ਕਰਦੇ ਨੇ ਤੁਰਕ ਫੌਜ ਬੋ ਰਾਹੇ ਰੁਕਾਵੈ ਕਿ ਮੁਗਲ ਹਕੂਮਤ ਸਾਡਾ ਰਸਤਾ ਰੋਕਣਾ ਚਾਹੁੰਦੀ ਹੈ। ਪਹਿਲੋ ਸਿੰਘ ਬਨਜਾਰੇ ਰਲੇ। ਤਾਂ ਕਹਿੰਦੇ ਉਦੋਂ ਫਿਰ ਸਿੰਘਾਂ ਨੇ ਇੱਕ ਨਵੀਂ ਵਿਚਾਰ ਕੀਤੀ। ਜਿਹੜੇ ਵਣਜਾਰੇ ਲੋਕ ਹੁੰਦੇ ਸੀ, ਵਣਜ ਕਰਦੇ ਸੀ, ਵਪਾਰ ਕਰਦੇ ਸੀ ਨਾ, ਉਹਨਾਂ ਦੇ ਕੋਲ ਜਿਹੜਾ ਸਮਾਨ ਹੁੰਦਾ ਸੀ, ਰਸਦ ਹੁੰਦੀ ਸੀ, ਮਾਇਆ ਹੁੰਦੀ ਸੀ, ਉਹਨਾਂ ਨੇ ਭੇਸ ਬਦਲ ਲਿਆ ਗੁਰੂ ਕਿਆਂ ਸਿੱਖਾਂ ਨੇ, ਤੇ ਉਹਨਾਂ ਵਣਜਾਰਿਆਂ ਵਾਲਾ ਭੇਸ ਬਣਾ ਕਰਕੇ ਸ਼ਸਤਰ ਪਕੜ ਕਰਕੇ ਵਣਜਾਰਿਆਂ ਦੇ ਨਾਲ ਗੱਲ ਕਰ ਲਈ
ਵੀ ਜਦੋਂ ਸਾਨੂੰ ਸਿਪਾਹੀ ਰੋਕਣ ਤੇ ਤੁਸੀਂ ਇਹ ਕਹਿ ਦਿਓ ਵੀ ਇਹ ਸਾਡੇ ਜਥੇ ਦੇ ਨੇ, ਸਾਡੇ ਟੋਲੇ ਦੇ ਨੇ ਤੇ ਸਾਡੇ ਸਮਾਨ ਦੇ ਪਹਿਰੇਦਾਰ ਨੇ, ਇਹ ਕੋਈ ਬਹਿਰੂਪੀਏ ਨਹੀਂ। ਇਸ ਕਰਕੇ ਉਦੋਂ ਗੁਰੂ ਕੇ ਸਿੱਖ ਬਰਛੇ ਪਕੜ ਕਰਕੇ, ਭੇਸ ਬਦਲ ਕਰਕੇ ਖਾਲਸਾ ਜੀ ਵਣਜਾਰਿਆਂ ਦੇ ਟੋਲਿਆਂ ਨਾਲ ਰਲ ਰਲ ਕੇ, ਵਣਜਾਰਿਆਂ ਦੇ ਭੇਸ ਨੂੰ ਧਾਰਨ ਕਰਕੇ ਦਿੱਲੀ ਪਹੁੰਚਦੇ ਰਹੇ ਬੰਦਾ ਸਿੰਘ ਬਹਾਦਰ ਕੋਲ। ਤੇ ਮੈਂ ਇੱਕ ਚੀਜ਼ ਵੇਖੋ, ਇਤਿਹਾਸ ਪੜ੍ਹਦੇ ਸੁਣਾਉਂਦੇ ਮਨ ਵਿੱਚ ਆਉਂਦਾ ਵੀ ਉਹ ਸਿੱਖਾਂ ਦਾ ਵੀ ਕਿੰਨਾ ਪਿਆਰ ਹੋਵੇਗਾ ਜਿਹੜੇ ਲੋਕਾਂ ਤੋਂ ਮਾਇਆ ਕਰਜ਼ੇ ਵਿੱਚ ਲੈ ਕੇ, ਇਸ ਕਰਕੇ ਮਾਇਆ ਨਹੀਂ ਲੈ ਰਹੇ ਵੀ ਘਰ ਬਣਾਉਣਾ ਹੈ, ਕਰਜ਼ਾ ਇਸ ਕਰਕੇ ਚੁੱਕ ਰਹੇ ਨੇ ਵੀ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਦਾ ਬਦਲਾ ਲੈਣ ਵਾਸਤੇ ਜੰਗ ਵਿੱਚ ਜਾ ਕੇ ਸ਼ਹੀਦ ਹੋਣਾ, ਤੇ ਭੇਸ ਬਣਾ ਕਰਕੇ ਜਾ ਰਹੇ ਨੇ। ਉਹਨਾਂ ਦੇ ਅੰਦਰ ਸਿੱਖੀ ਪ੍ਰਤੀ ਕਿੰਨਾ ਪਿਆਰ ਹੋਵੇਗਾ, ਕਿੰਨਾ ਜਜ਼ਬਾ ਹੋਵੇਗਾ ਵੀ ਪਤਾ ਹੈ ਜੰਗ ਦੇ ਵਿੱਚ ਜਾ ਕੇ ਮਰਨਾ ਪੈਣਾ ਹੈ, ਪਰ ਫਿਰ ਵੀ ਕਿੰਨੇ ਹੀਲੇ ਕਰਕੇ, ਕਿੰਨੀ ਮਿਹਨਤ ਕਰਕੇ, ਮਸ਼ੱਕਤ ਘਾਲ ਕੇ, ਭੇਸ ਬਦਲ ਕੇ ਬੰਦਾ ਸਿੰਘ ਬਹਾਦਰ ਕੋਲ ਪਹੁੰਚਦੇ ਵਣਜਾਰਿਆਂ ਦੇ ਟੋਲੇ ਨਾਲ ਰਲ ਕੇ। ਸੋ ਇਹ ਉਹਨਾਂ ਸਿੱਖਾਂ ਦਾ ਜਜ਼ਬਾ ਸੀ, ਉਹਨਾਂ ਸਿੱਖਾਂ ਦੀਆਂ ਕਮਾਈਆਂ ਅੱਜ ਆਪਾਂ ਖਾ ਰਹੇ ਹਾਂ। ਸੋ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਤਰੀਕੇ ਅਪਣਾਏ। ਫੜ ਹੱਥ ਬਰਛੇ ਬੈਲ ਲੱਦ ਭਲੇ, ਜਿਹੜੇ ਵਣਜਾਰਿਆਂ ਦੇ ਬੈਲ ਹੁੰਦੇ ਸੀ ਕਹਿੰਦੇ ਉਹਨਾਂ ਦੇ ਨਾਲ ਬਰਛੇ ਪਕੜ ਕੇ ਚੱਲਣ ਲੱਗ ਜਾਣਾ ਵੀ ਸਿਪਾਹੀਆਂ ਨੂੰ ਲੱਗੇ ਇਹ ਵਣਜਾਰਿਆਂ ਦੇ ਸਿਪਾਹੀ ਨੇ, ਪਹਿਰੇਦਾਰ ਨੇ। ਮਾਲਵੋ ਉਹਾਨਾ ਥਾਂ ਨੇੜੇ ਦੇਸ। ਹੁਣ ਜਿਸ ਇਲਾਕੇ ਵਿੱਚ ਬਾਂਗਰ ਇਲਾਕੇ ਦੇ ਵਿੱਚ ਬੰਦਾ ਸਿੰਘ ਬਹਾਦਰ ਦਾ ਪੜਾਅ ਸੀ, ਉੱਥੋਂ ਸਿੱਧਾ ਮਾਲਵਾ ਬਹੁਤ ਨਜ਼ਦੀਕ ਸੀ, ਤੇ ਮਾਲਵੇ ਦੇ ਲੋਕਾਂ ਨੇ ਵੇਖਿਆ ਵੀ ਬਾਂਗਰ ਦੇਸ਼ ਦੇ ਆਪਾਂ ਨਜ਼ਦੀਕ ਆ, ਇਸ ਕਰਕੇ ਉਹਨਾਂ ਨੇ ਵੀ ਇੱਕ ਵਿਚਾਰ ਕੀਤੀ। ਓਏ ਵੀ ਮਿਲੇ ਹੋਏ ਬੰਦੇ ਪੇਸ਼, ਉਹ ਵੀ ਖਾਲਸਾ ਜੀ ਵਿਚਾਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਵਿੱਚ ਆ ਕਰਕੇ ਸ਼ਾਮਲ ਹੋ ਗਏ। ਓ ਜੋ ਸਿੰਘ ਮਦ ਮਾਝੇ ਪੰਜਾਬੀ, ਤੇ ਜਿਹੜੇ ਬਿਲਕੁਲ ਪੰਜਾਬ ਦੇ ਮੱਧ ਵਿੱਚ ਰਹਿੰਦੇ ਸੀ, ਪੰਜਾਬ ਦੇ ਵਿਚਕਾਰ ਰਹਿੰਦੇ ਸੀ ਪੰਜਾਬੀ ਲੋਕ, ਤੁਰਕਨ ਲੰਗਨ ਮਦ ਬਹੁਤ ਖਰਾਬੀ। ਤੇ ਉਹਨਾਂ ਨੇ ਵੇਖਿਆ ਵੀ ਜਾਣਾ ਤੇ ਹੈ ਬੰਦਾ ਸਿੰਘ ਬਹਾਦਰ ਕੋਲ, ਪਰ ਸਾਰੇ ਪਾਸਿਓਂ ਘੇਰਾਬੰਦੀ ਹੋਈ ਹੈ, ਜਾਣਾ ਔਖਾ ਬਹੁਤ ਹੈ। ਬੰਦ ਜਤਾਵਲ ਪਰਬਤ ਸਦਾਏ, ਤੇ ਉਹਨਾਂ ਨੇ ਸਕੀਮ ਬਣਾਈ ਵੀ ਸਾਰੇ ਸਿੰਘ ਇਕੱਠੇ ਹੋ ਕਰਕੇ ਜੇ ਸਿੱਧੇ ਰਸਤੇ ਨਹੀਂ ਜਾ ਸਕਦੇ, ਜੰਗਲਾਂ ਦੇ ਵਿੱਚੋਂ ਚਲੇ ਜਾਈਏ, ਪਹਾੜਾਂ ਦੇ ਵਿੱਚੋਂ ਲੰਘ ਜਾਈਏ। ਬੋਲੋਲੇ ਪਰਬਤ ਤਕਾਏ, ਤੇ ਖਾਲਸਾ ਜੀ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਆਨੰਦਪੁਰ ਸਾਹਿਬ ਦੀਆਂ ਪਹਾੜੀਆਂ ਵੱਲ ਚਲੇ ਗਏ। ਉਹਨਾਂ ਪਹਾੜੀਆਂ ਦੇ ਵਿੱਚੋਂ ਰਸਤੇ ਲੱਭਦੇ ਦਿੱਲੀ ਪਹੁੰਚਦੇ। ਵੇਖੋ ਕਿੰਨੀ ਕਠਿਨਾਈਆਂ ਦੇ ਬਾਅਦ ਜਾ ਕਰਕੇ ਗੁਰੂ ਕੇ ਸਿੱਖ ਨੂੰ ਜਾ ਕੇ ਮਿਲਦੇ, ਬੰਦਾ ਸਿੰਘ ਬਹਾਦਰ ਨੂੰ ਮਿਲਦੇ ਨੇ। ਇਮ ਕਰ ਕੀਰਤਪੁਰ ਵੱਲ ਆਏ, ਤੇ ਜਦੋਂ ਪੰਜਾਬ ਦੇ ਮੱਧ ਵਿੱਚ ਰਹਿਣ ਵਾਲੇ ਲੋਕ ਊਨਾ ਸਾਹਿਬ ਤੋਂ ਹੁੰਦੇ ਹੋਏ ਆਨੰਦਪੁਰ ਸਾਹਿਬ ਪਹੁੰਚੇ, ਕਿਉਂਕਿ ਸਿੱਧੇ ਰਸਤੇ ਨਹੀਂ ਸੀ ਜਾ ਸਕਦੇ, ਜੰਗਲਾਂ ਚੋਂ ਪਹਾੜੀਆਂ ਤੋਂ ਹੁੰਦੇ ਹੋਏ ਆਨੰਦਪੁਰ ਸਾਹਿਬ ਦੀ ਪਹਾੜੀਆਂ ਤੇ ਪਹੁੰਚੇ, ਤਾਂ ਉਹਨਾਂ ਪਹਾੜੀਆਂ ਤੋਂ ਬਾਅਦ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਟਿਕਾਣਾ ਕੀਤਾ। ਅੱਗੇ ਰੋਪੜੋਂ ਲੰਘਣ ਨਾ ਪਾਏ, ਤੇ ਅੱਗੇ ਰੋਪੜ ਦੀ ਫੌਜ ਨੇ ਪਹਿਰਾ ਲਾਇਆ ਸੀਗਾ, ਪਾਬੰਦੀ ਲਾਈ ਹੋਈ ਸੀ, ਉਹਨਾਂ ਨੂੰ ਅੱਗੇ ਲੰਘਣ ਨਹੀਂ ਸੀ ਦੇ ਰਹੇ। ਉਹਾਂ ਡੇਰਾ ਦਿਓ ਲਗਾਈ, ਤੇ ਇਸ ਕਰਕੇ ਜਦੋਂ ਵੇਖਿਆ ਵੀ ਹੁਣ ਅੱਗੇ ਰੋਪੜ ਦਾ ਰਸਤਾ ਬਿਲਕੁਲ ਬੰਦ ਹੈ, ਤੇ ਉਹਨਾਂ ਮੱਧ ਪੰਜਾਬ ਦੇ ਸਿੰਘਾਂ ਨੇ ਵਿਚਾਰ ਕੀਤੀ ਵੀ ਆਪਾਂ ਕੀਰਤਪੁਰ ਸਾਹਿਬ ਹੀ ਡੇਰਾ ਲਾ ਲਈਏ। ਸੋ ਬੰਦੇ ਪੈ ਖਬਰ ਪੁਚਾਈ, ਤੇ ਕੀਰਤਪੁਰ ਸਾਹਿਬ ਡੇਰਾ ਲਾ ਕਰਕੇ ਬੰਦਾ ਸਿੰਘ ਬਹਾਦਰ ਨੂੰ ਖਬਰਾਂ ਪਹੁੰਚਾ ਦਿੱਤੀਆਂ। ਬੰਦੇ ਕਿਹੋ ਰਹੋ ਡੇਰਾ ਲਾਏ, ਬੰਦਾ ਸਿੰਘ ਬਹਾਦਰ ਨੂੰ ਕਿਹਾ ਕਿ ਅਸੀਂ ਆਏ ਸਾਂ ਤੈਨੂੰ ਮਿਲਣ ਵਾਸਤੇ, ਪਰ ਰਸਤੇ ਬੰਦ ਨੇ, ਇਸ ਕਰਕੇ ਵਾਪਸ ਨਹੀਂ ਜਾ ਰਹੇ, ਕੀਰਤਪੁਰ ਸਾਹਿਬ ਰੁਕੇ ਹੋਏ ਆ, ਜੋ ਵੀ ਸਾਡੇ ਵਾਸਤੇ ਨਵਾਂ ਆਦੇਸ਼ ਹੈ ਸਾਨੂੰ ਦੱਸਣਾ ਕਰ। ਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਭਾਈ ਸਿੱਖੋ ਤੁਸੀਂ ਉਸੇ ਥਾਂ ਤੇ ਹਜੇ ਟਿਕਣਾ ਕਰੋ। ਹਮਿਆ ਨੇੜੇ ਲਹਿ ਮਿਲਾਏ, ਤੇ ਜਦੋਂ ਅਸੀਂ ਸਰਹੰਦ ਵੱਲ ਆਵਾਂਗੇ, ਉਸ ਜਗ੍ਹਾ ਦੇ ਨਜ਼ਦੀਕ ਆਏ, ਤੇ ਤੁਹਾਨੂੰ ਆਪਣੇ ਦਲ ਦੇ ਵਿੱਚ, ਆਪਣੇ ਜਥੇ ਦੇ ਵਿੱਚ ਮਿਲਾ ਕਰਕੇ ਜ਼ਰੂਰ ਸਰਹੰਦ ਦੀ ਧਰਤੀ ਤੇ ਧਾਵਾ ਬੋਲਾਂਗੇ। ਸੋ ਬਾਤ ਖਾਲਸੇ ਮੰਨ ਲਈ, ਤਾਂ ਉਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਦੀ ਇਸ ਗੱਲ ਨੂੰ ਖਾਲਸੇ ਪੰਥ ਨੇ ਮੰਨਿਆ, ਗੁਰੂ ਕੇ ਸਿੱਖਾਂ ਨੇ ਸੱਤ ਕਰਕੇ ਮੰਨਿਆ। ਰਹੋ
ਦੂਹਾ ਦਿਨ ਖਾਲਸੋ ਕਈ। ਤੇ ਕਈ ਦਿਨ ਗੁਰੂ ਕੇ ਸਿੱਖਾਂ ਨੇ ਖਾਲਸਾ ਜੀ ਕੀਰਤਪੁਰ ਸਾਹਿਬ ਵੀ ਬਤੀਤ ਕੀਤੇ। ਦੋਹਰਾ ਅੰਮ੍ਰਿਤਸਰ ਥੋ ਚਲਤ ਲੋ, ਉਹ ਬਹੇ ਜੋ ਵਿੱਚ ਪਹਾੜ। ਭਾਈ ਰਤਨ ਸਿੰਘ ਭੰਗੂ ਕਹਿੰਦੇ ਵੇਖੋ ਉਹਨਾਂ ਦਾ ਜਜ਼ਬਾ, ਘਰ ਛੱਡ ਕੇ ਚੱਲੇ ਨੇ ਬੰਦਾ ਸਿੰਘ ਬਹਾਦਰ ਨੂੰ ਮਿਲਣ ਲਈ, ਪਰ ਅੱਗੇ ਪਹੁੰਚ ਨਹੀਂ ਸਕੇ ਤੇ ਹੌਸਲਾ ਹਾਰ ਕੇ ਵਾਪਸ ਘਰਾਂ ਨੂੰ ਨਹੀਂ ਆਏ, ਬਲਕਿ ਉੱਥੇ ਜੰਗਲਾਂ ਵਿੱਚ ਪਹਾੜਾਂ ਵਿੱਚ ਹੀ ਬੈਠ ਗਏ ਵੀ ਜਦੋਂ ਖਾਲਸਾ ਆਵੇਗਾ ਉਦੋਂ ਜਥੇ ਦੇ ਵਿੱਚ ਰਲ ਜਾਵਾਂਗੇ। ਕੋਈ ਸ਼ੋਰ ਸਿੰਘ ਰੂੜਾ ਹੁਤੋ, ਤਿੰਨ ਦਿਨੋਂ ਖਰਚ ਵਿਚਾਰ। ਤੇ ਜਦੋਂ ਸਿੰਘ ਜੰਗਲਾਂ ਵਿੱਚ ਸਨ, ਕਹਿੰਦੇ ਉਸ ਕੀਰਤਪੁਰ ਦੇ ਇਲਾਕੇ ਵਿੱਚ ਇੱਕ ਅਰੋੜਾ ਗੋਤ ਦਾ ਸਿੱਖ ਸੀ ਪਸ਼ੌਰ ਸਿੰਘ। ਕਹਿੰਦੇ ਉਹਨੇ ਵੇਖਿਆ ਵੀ ਸਿੱਖ ਇੱਥੇ ਜੰਗਲਾਂ ਵਿੱਚ ਨੇ, ਵਸਤਰ ਨਹੀਂ, ਖਾਣ ਵਾਸਤੇ ਭੋਜਨ ਨਹੀਂ। ਕਹਿੰਦੇ ਪਸ਼ੌਰ ਸਿੰਘ ਨੇ ਆਪਣੇ ਘਰੋਂ ਆਪਣੇ ਬੱਚਿਆਂ ਨੂੰ ਭੇਜਿਆ ਵੀ ਇਹਨਾਂ ਗੁਰੂ ਕੇ ਸਿੱਖਾਂ ਨੂੰ ਮਾਇਆ ਦੇ ਆਓ ਤੇ ਉਹਨਾਂ ਨੂੰ ਭੋਜਨ ਦੇ ਆਓ। ਇਸ ਤਰ੍ਹਾਂ ਪਸ਼ੌਰ ਸਿੰਘ ਨੇ ਉੱਥੇ ਗੁਰੂ ਕੇ ਸਿੱਖਾਂ ਦੀ ਸੇਵਾ ਕੀਤੀ ਤੇ ਜਿਨ੍ਹਾਂ ਸੇਵਾ ਕੀਤੀ ਉਹਦਾ ਇਤਿਹਾਸ ਵਿੱਚ ਖਾਲਸਾ ਜੀ ਭਾਈ ਸਾਹਿਬ ਨੇ ਨਾਮ ਦਰਜ ਕੀਤਾ ਵੀ ਜਿਨ੍ਹਾਂ ਵੀ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ, ਸਿੱਖਾਂ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ। ਚੌਪਈ ਸਰਹੰਦ ਢਿੱਗ ਇੱਕ ਸਲੋਦੀ ਗ੍ਰਾਮ। ਸਰਹੰਦ ਦੇ ਕੋਲ ਖਾਲਸਾ ਜੀ ਇੱਕ ਸਲੋਦੀ ਪਿੰਡ ਹੈ। ਅੱਜ ਵੀ ਉਹ ਸਲੋਦੀ ਗੁਰੂ ਕਾ ਇਸ ਨਾਮ ਕਰਕੇ ਵੱਜਦਾ ਹੈ। ਕਹਿੰਦੇ ਇਸ ਨਗਰ ਦੇ ਵਿੱਚ ਵੀ ਦੋ ਸਿੱਖ ਰਹਿੰਦੇ ਨੇ। ਤਿੰਨ ਮੈਂ ਇੱਕ ਆਲੀ ਸਿੰਘ ਨਾਮ। ਕਹਿੰਦੇ ਉਸ ਥਾਂ ਦੇ ਉੱਤੇ ਜਿਹੜੇ ਸਿੰਘ ਰਹਿੰਦੇ ਉਹਨਾਂ ਦਾ ਨਾਮ ਹੈ ਆਲੀ ਸਿੰਘ ਤੇ ਮਾਲੀ ਸਿੰਘ। ਇਹ ਦੋ ਸਿੰਘ ਸਰਹੰਦ ਦੇ ਕੋਲ ਇਸ ਪਿੰਡ ਦੇ ਵਿੱਚ ਵਸਦੇ ਨੇ। ਚਾਕਰੀ ਕਰਤ ਵਜ਼ੀਰੇ ਧਾਮ। ਪਰ ਇਹ ਵਜੀਦ ਖਾਂ ਦੇ ਦਰਬਾਰ ਦੇ ਵਿੱਚ ਨੌਕਰੀ ਕਰਦੇ ਸੀ, ਸਰਕਾਰੀ ਨੌਕਰੀ ਕਰਿਆ ਕਰਦੇ ਸਨ। ਨਵਾਬ ਸਰਹੰਦੀ ਉਸੇ ਬੁਲਾਇਓ। ਤੇ ਵਜੀਦ ਖਾਨ ਨੇ ਸੂਬੇ ਸਰਹੰਦ ਨੇ ਇਹਨਾਂ ਦੋਵਾਂ ਨੂੰ ਆਪਣੀ ਕਚਹਿਰੀ ਵਿੱਚ ਬੁਲਾਇਆ। ਸਦ ਪੁੱਛਿਓ ਤੁਮ ਗੁਰੂ ਆਇਓ। ਤੇ ਕਹਿਣ ਲੱਗਾ ਵੀ ਤੁਸੀਂ ਸਿੱਖ ਆ, ਗੁਰੂ ਤੇ ਭਰੋਸਾ ਰੱਖਦੇ ਆ, ਮੈਨੂੰ ਇਹ ਦੱਸੋ ਵੀ ਤੁਹਾਡੇ ਗੁਰੂ ਨੇ ਨਵਾਂ ਗੁਰੂ ਥਾਪ ਕਰਕੇ ਪੰਜਾਬ ਦੀ ਧਰਤੀ ਵੱਲ ਭੇਜਿਆ, ਕੀ ਤੁਹਾਨੂੰ ਪਤਾ ਹੈ? ਤੁਮ ਕੋ ਚਾਹੀਏ ਤੇ ਉਸ ਪੈ ਜਾਓ। ਤੇ ਜੇ ਤੁਹਾਨੂੰ ਪਤਾ ਹੈ ਤੇ ਫਿਰ ਤੁਸੀਂ ਉਸ ਕੋਲ ਜਾਓ, ਉਹਦੇ ਜਥੇ ਦੇ ਵਿੱਚ ਜਾ ਕਰਕੇ ਰਲ ਜਾਓ। ਉਸ ਕੋ ਤੁਮ ਇਹਾਂ ਲੈ ਆਓ। ਤੇ ਉਹਦੇ ਜਥੇ ਵਿੱਚ ਰਲ ਕੇ ਆਪਣੇ ਨਵੇਂ ਗੁਰੂ ਨੂੰ ਭਲੋ ਭੁਲਾ ਕੇ ਮੇਰੀ ਕਚਹਿਰੀ ਵਿੱਚ ਪੇਸ਼ ਕਰ ਦਿਓ। ਭਾਵ ਉਹ ਸੂਬਾ ਸਰਹੰਦ ਬੰਦਾ ਸਿੰਘ ਬਹਾਦਰ ਵਾਸਤੇ ਇਹ ਸ਼ਬਦ ਵਰਤ ਰਿਹਾ ਹੈ, ਭਾਵੇਂ ਕਿ ਉਹਨੂੰ ਪਤਾ ਨਹੀਂ ਕਿ ਸਤਿਗੁਰੂ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ ਤੇ ਮਹਾਰਾਜ ਨੇ ਕੇਵਲ ਆਪਣੇ ਸਿੰਘਾਂ ਨੂੰ ਥਾਪੜਾ ਦੇ ਕਰਕੇ ਭੇਜਿਆ। ਪਰ ਉਦੋਂ ਹਜੇ ਕਿਉਂਕਿ ਖਾਲਸਾ ਜੀ ਉਦੋਂ ਮੀਡੀਆ ਦਾ ਜ਼ਮਾਨਾ ਨਹੀਂ ਸੀ, ਖਬਰਾਂ ਬਹੁਤ ਦੇਰੀ ਦੇ ਨਾਲ ਹਰ ਇੱਕ ਇਲਾਕੇ ਵਿੱਚ ਪਹੁੰਚਿਆ ਕਰਦੀ ਸਨ। ਪਰ ਬੰਦਾ ਸਿੰਘ ਬਹਾਦਰ ਪੰਜਾਬ ਪਹੁੰਚ ਚੁੱਕਿਆ ਸੀ, ਕੈਥਲ ਦਾ ਫੌਜਦਾਰ ਸੋਧ ਦਿੱਤਾ ਸੀ। ਇਸ ਕਰਕੇ ਵਜੀਦ ਖਾਨ ਨੂੰ ਪਤਾ ਸੀ ਵੀ ਕੋਈ ਨੰਦੇੜ ਦੀ ਧਰਤੀ ਤੋਂ ਨਵਾਂ ਆਗੂ ਸਿੱਖਾਂ ਦਾ ਆ ਚੁੱਕਿਆ, ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਥਾਪੜਾ ਦਿੱਤਾ। ਇਸ ਕਰਕੇ ਆਲੀ ਸਿੰਘ ਮਾਲੀ ਸਿੰਘ ਨੂੰ ਕਿਹਾ ਕਿ ਜਾਓ ਤੁਸੀਂ ਉਹਦੇ ਜਥੇ ਵਿੱਚ ਰਲੋ ਤੇ ਉਸ ਆਪਣੇ ਨਵੇਂ ਬਣੇ ਆਗੂ ਨੂੰ ਮੇਰੀ ਕਚਹਿਰੀ ਵਿੱਚ ਪੇਸ਼ ਕਰ ਦਿਓ। ਤੇ ਜਦੋਂ ਮੇਰੀ ਕਚਹਿਰੀ ਵਿੱਚ ਆਵੇਗਾ ਮੈਂ ਉਹਦਾ ਨਾਮੋ ਨਿਸ਼ਾਨ ਖਤਮ ਕਰ ਦਿਆਂਗਾ, ਉਹਨੂੰ ਮਾਰ ਮੁਕਾਵਾਂਗਾ। ਰਲੇ ਪੁੱਤਰਨ ਗੁਰ ਚਿਤਾਬੀ ਜਾਏ। ਤੇ ਜਿਹੜਾ ਇਹ ਗੱਲਾਂ ਕਰਦਾ ਵੀ ਮੈਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣਾ, ਸੂਬਾ ਸਰਹੰਦ ਕਹਿੰਦਾ ਮੈਂ ਉਸ ਸਿੱਖ ਨੂੰ, ਉਸ ਗੁਰੂ ਦਾ ਥਾਪੜਾ ਲੈ ਕੇ ਆਏ ਹੋਏ ਸਿੱਖ ਨੂੰ ਮਾਰ ਕੇ ਸਾਹਿਬਜ਼ਾਦਿਆਂ ਦੇ ਕੋਲ ਹੀ ਘੱਲ ਦਿਆਂਗਾ। ਸਿੰਘਨ ਕਹੀ ਜੇ ਹੋਏ ਗੁਰਪੂਰਾ। ਪਰ ਜਦੋਂ ਆਲੀ ਸਿੰਘ ਮਾਲੀ ਸਿੰਘ ਨੇ ਗੱਲ ਸੁਣੀ, ਉਹਨਾਂ ਨੂੰ ਹਜੇ ਖਬਰ ਨਹੀਂ ਸੀ ਇਸ ਬਾਤ ਦੀ। ਉਹ ਕਹਿਣ ਲੱਗੇ ਵੀ ਜੇ ਤੈਨੂੰ ਇੰਨਾ ਡਰ ਹੈ ਥੋੜਾ ਸਬਰ ਕਰ, ਜੇ ਤੇ ਉਹ ਸੱਚਮੁੱਚ ਗੁਰੂ ਦਾ ਥਾਪੜਾ ਲੈ ਕਰਕੇ ਪੂਰਾ ਸਿੱਖ ਆਇਆ ਹੋਇਆ ਹੈ ਉਹ ਆਪੇ ਆਊਗਾ ਕਾ ਤੁਮੇ ਜ਼ਰੂਰਾ। ਤਾਂ ਤੈਨੂੰ ਕਾਲੇ ਪੈਣ ਦੀ ਲੋੜ ਨਹੀਂ, ਆਪਣੇ ਆਪ ਹੀ ਤੇਰੇ ਕੋਲ ਆ ਜਾਵੇਗਾ। ਫਿਰ ਉਹਨ ਕਹੇ ਤੁਮ ਕੈਦੇ ਪਾਵੇ। ਤੇ ਤੂੰ ਕਹਿਣਾ ਮੈਂ ਉਹਨੂੰ ਕੈਦ ਵਿੱਚ ਪਾਵਾਂਗਾ, ਤੂੰ ਕਾਲੀ ਕਿਉਂ ਕਰਦਾ? ਸਾਨੂੰ ਭੇਜਣ ਦੀ ਲੋੜ ਨਹੀਂ, ਜੇ ਉਹ ਪੂਰਾ ਸਿੱਖ ਹੋਇਆ ਆਪਣੇ ਆਪ ਆਵੇਗਾ। ਤੇ ਜਦੋਂ ਤੇਰੇ ਸਾਹਮਣੇ ਆ ਕੇ ਖੜ ਗਿਆ, ਜੇ ਤੇਰੇ ਵਿੱਚ ਜੁਰਤ ਹੋਈ ਤੇ ਫਿਰ ਉਹਨੂੰ ਕੈਦ ਵਿੱਚ ਪਾ ਲਵੀਂ, ਗ੍ਰਿਫਤਾਰ ਕਰ ਲਵੀਂ। ਤਬ ਛੋੜੇ ਜਬ ਹਮੇ ਦਿਖਾਵੇ। ਤੇ ਫਿਰ ਉਦੋਂ ਉਸ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਜੋ ਤੇਰੇ ਮਨ ਵਿੱਚ ਆਵੇ ਉਸੇ ਤਰ੍ਹਾਂ ਤੂੰ ਕਰ ਲਵੀਂ। ਨੈ
ਆਵੇ ਮੈਂ ਤਿਮ ਦਿਉ ਗਮਾਰ। ਤੇ ਜਦੋਂ ਇਸ ਤਰ੍ਹਾਂ ਬਚਨ ਦੋਵਾਂ ਨੇ ਕੀਤਾ, ਸੂਬੇ ਸਰਹੰਦ ਗੁੱਸੇ ਵਿੱਚ ਆ ਗਿਆ, ਕਹਿਣ ਲੱਗਾ ਮੈਂ ਤੁਹਾਨੂੰ ਗ੍ਰਿਫਤਾਰ ਕਰਦਾ ਤੇ ਮੈਂ ਉਦੋਂ ਤੱਕ ਤੁਹਾਨੂੰ ਨਹੀਂ ਛੱਡਾਂਗਾ ਜਦੋਂ ਤੱਕ ਤੁਹਾਡਾ ਨਵਾਂ ਆਗੂ ਬੰਦਾ ਬਹਾਦਰ ਇਸ ਸਰਹੰਦ ਦੀ ਧਰਤੀ ਤੇ ਨਹੀਂ ਆਉਂਦਾ। ਬੇੜੀ ਪਾਈ ਤੇ ਕਰਾਰ। ਤੇ ਇਸ ਤਰ੍ਹਾਂ ਫਤਵਾ ਜਾਰੀ ਕਰਕੇ ਦੋਵਾਂ ਨੂੰ ਬੇੜੀਆਂ ਪਾ ਦਿੱਤੀਆਂ। ਦੋਰਾ ਬੇੜੀ ਮੈਂ ਪਗ ਨਹਿ ਰਹੇ ਤੁਰਕ ਸੋ ਤੰਗ ਕਰਾਏ। ਤੇ ਖਾਲਸਾ ਜੀ ਕਹਿੰਦੇ ਜਦੋਂ ਬੇੜੀਆਂ ਪਾਈਆਂ ਤੇ ਹੁਣ ਜਦੋਂ ਬੇੜੀਆਂ ਆਮ ਕਰਕੇ ਕਿਸੇ ਨੂੰ ਪਾਈਆਂ ਜਾਣ ਤੇ ਬੇੜੀਆਂ ਪਾਉਣ ਦੇ ਨਾਲ ਬੰਦਾ ਬਹੁਤਾ ਤੰਗ ਨਹੀਂ ਹੁੰਦਾ। ਤੇ ਮੁਗਲ ਹਕੂਮਤ ਨੇ ਵੇਖਿਆ ਵੀ ਇਹਨਾਂ ਨੂੰ ਕੋਈ ਬਹੁਤੀ ਤਕਲੀਫ ਤਾਂ ਹੋਣੀ ਨਹੀਂ, ਜੇ ਇਹਨਾਂ ਨੂੰ ਬੇੜੀਆਂ ਪਾ ਕਰਕੇ ਕੈਦ ਵਿੱਚ ਰੱਖਿਆ ਜਾਵੇ। ਉਹਨਾਂ ਨੇ ਬੇੜੀਆਂ ਦੇ ਅੰਦਰ ਕਿੱਲ ਬਣਾ ਦਿੱਤੇ ਕਿ ਜਦੋਂ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਬੇੜੀਆਂ ਪਾਵਾਂਗੇ ਤੇ ਉਹ ਬੇੜੀਆਂ ਉੱਤੇ ਥੱਲੇ ਹੋਣਗੀਆਂ ਤੇ ਉਹ ਕਿੱਲ ਇਹਨਾਂ ਦੇ ਸਰੀਰ ਦਾ ਮਾਸ ਖੁਰਦੇਰਣਗੇ ਤੇ ਜਦੋਂ ਮਾਸ ਉਖੜੇਗਾ ਇਹਨਾਂ ਦੇ ਜ਼ਖਮ ਹੋਣਗੇ, ਉਹਨਾਂ ਜ਼ਖਮਾਂ ਤੇ ਫਿਰ ਆਪਾਂ ਨਮਕ ਛਿੜਕਾਂਗੇ। ਇਸ ਤਰ੍ਹਾਂ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਆਏ ਵੀਰ ਸਿੰਘਨ ਕਹੇ ਤੁਮ ਤੁਰੋ ਬੰਦੇ ਕੇ ਦਾਏ। ਪਰ ਜਦੋਂ ਖਾਲਸਾ ਜੀ ਇਸ ਤਰ੍ਹਾਂ ਉਹਨਾਂ ਦੇ ਸਰੀਰਾਂ ਦੇ ਉੱਤੇ ਬੇੜੀਆਂ ਪਾਈਆਂ, ਜ਼ਖਮ ਹੋਏ, ਉੱਤੇ ਨਮਕ ਛਿੜਕਿਆ, ਉਹਨਾਂ ਨੇ ਅੰਦਰੋਂ ਪੁਕਾਰ ਕੀਤੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਸੁਣੀ ਗਈ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਪਤ ਫੌਜਾਂ ਉਹ ਉਹਨਾਂ ਦੇ ਕੋਲ ਕੈਦ ਵਿੱਚ ਹੀ ਪਹੁੰਚ ਗਈਆਂ। ਚੋਪਈ ਤਬ ਸਿੰਘਨ ਕੋ ਮਨ ਪਤੀ ਆਇਆ। ਤੇ ਆ ਕੇ ਕਹਿਣ ਲੱਗੇ ਭਾਈ ਅਸੀਂ ਗੁਰੂ ਦੇ ਭੇਜੇ ਹੋਏ ਗੁਰੂ ਕੀਆਂ ਗੁਪਤ ਫੌਜਾਂ ਹਾਂ। ਤੇ ਜਦੋਂ ਉਹਨਾਂ ਨੇ ਬੇੜੀਆਂ ਨੂੰ ਵੇਖਿਆ ਕਹਿੰਦੇ ਬੇੜੀਆਂ ਆਪਣੇ ਆਪ ਹੀ ਖੁੱਲ ਗਈਆਂ। ਤੇ ਖਾਲਸਾ ਜੀ ਜਦੋਂ ਇਸ ਤਰ੍ਹਾਂ ਕੋਤਕ ਵਰਤਿਆ, ਉਹਨਾਂ ਦਾ ਗੁਰੂ ਕੇ ਚਰਨਾਂ ਤੇ ਹੋਰ ਵੀ ਭਰੋਸਾ ਵੱਜ ਗਿਆ। ਕਹਿਨ ਬਾਬ ਤੇ ਹਿਸਾਬ ਕਰਾਇਆ। ਤੇ ਜਦੋਂ ਇਸ ਤਰ੍ਹਾਂ ਕੋਤਕ ਵਾਪਰਿਆ, ਸੂਬੇ ਸਰਹੰਦ ਨੂੰ ਪਤਾ ਲੱਗਾ ਵੀ ਇਹਨਾਂ ਦੀਆਂ ਬੇੜੀਆਂ ਆਪਣੇ ਆਪ ਖੁੱਲ ਗਈਆਂ ਤੇ ਖਾਲਸਾ ਜੀ ਆਪਣੀ ਕਚਹਿਰੀ ਵਿੱਚ ਬੁਲਾਇਆ। ਤੇ ਜੋ ਫਿਰ ਸਰਕਾਰਾਂ ਦੀ ਨੀਤੀ ਹੁੰਦੀ ਹੈ, ਬੜੀ ਮਿੱਠੀ ਬੋਲੀ ਬੋਲਦੇ ਨੇ। ਕਹਿੰਦੇ ਜਦੋਂ ਕਚਹਿਰੀ ਵਿੱਚ ਬੁਲਾ ਕਰਕੇ ਗੱਲ ਟਾਲਣੀ ਚਾਹੀ ਤੇ ਫਿਰ ਸੂਬੇ ਸਰਹੰਦ ਉਹ ਉਹਨਾਂ ਨੂੰ ਪੁੱਛਦਾ ਵੀ ਹੁਣ ਤੁਸੀਂ ਕੀ ਕਰਨਾ ਚਾਹੋਗੇ। ਤੇ ਉਹ ਦੋਵੇਂ ਭਰਾ ਅੱਗੋਂ ਕਹਿਣ ਲੱਗੇ ਵੀ ਤੂੰ ਸਾਡਾ ਹਿਸਾਬ ਕਰ, ਅੱਜ ਤੋਂ ਬਾਅਦ ਅਸੀਂ ਤੇਰੀ ਨੌਕਰੀ ਨੂੰ ਲੱਤ ਮਾਰਦੇ ਆਂ ਤੇ ਤੇਰੀ ਨੌਕਰੀ ਛੱਡ ਕੇ ਖਾਲਸੇ ਦੇ ਜਥੇ ਵਿੱਚ ਰਲਣਾ ਚਾਹੁੰਦੇ ਹਾਂ। ਨਵਾਬ ਕਹੀ ਹਮ ਹੱਸ ਕਰ ਪ੍ਰ ਕਹੀ। ਤੇ ਜਿਹੜਾ ਸੂਬੇ ਸਰਹੰਦ ਸੀ, ਕਿਉਂਕਿ ਭਾਵੇਂ ਉਹਨੇ ਪਹਿਲਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਪਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਉਹਨੂੰ ਲਾਹਣਤਾਂ ਬਹੁਤ ਪਈਆਂ। ਉਹਦੀ ਬੇਗਮ ਨੇ ਵੀ ਉਹਨੂੰ ਲਾਹਣਤਾਂ ਪਾਈਆਂ, ਸ਼ਰਮਿੰਦਿਆ ਕੀਤਾ। ਇਸ ਕਰਕੇ ਚਾਹੁੰਦਾ ਨਹੀਂ ਸੀ ਵੀ ਮੈਂ ਦੁਬਾਰਾ ਫਿਰ ਉਹੋ ਜਿਹਾ ਪਾਪ ਕਮਾਵਾਂ। ਤੇ ਥੋੜੀ ਜੀ ਉਹਨੇ ਇੱਥੇ ਖਾਲਸਾ ਜੀ ਦਇਆ ਜੀ ਵਿਖਾਈ ਤੇ ਕਹਿਣ ਲੱਗਾ ਕਿ ਭਾਈ ਮੈਂ ਤਾਂ ਤੁਹਾਡੇ ਨਾਲ ਹਾਸਾ ਕਰਦਾ ਸੀ, ਮੈਂ ਤੁਹਾਨੂੰ ਕਸ਼ਟ ਨਹੀਂ ਦੇਣਾ ਚਾਹੁੰਦਾ। ਅਬ ਨ ਰਹੇ ਸਿੰਘਨ ਉਸ ਕਹੀ। ਤੇ ਫਿਰ ਗੁਰੂ ਕੇ ਸਿੱਖ ਕਹਿਣ ਲੱਗੇ ਭਾਈ ਹੁਣ ਤੂੰ ਨੀਤੀਆਂ ਛੱਡ, ਅਸੀਂ ਹੁਣ ਤੇਰੀ ਸਰਕਾਰੀ ਨੌਕਰੀ ਨਹੀਂ ਕਰਨੀ ਚਾਹੁੰਦੇ। ਤੂੰ ਕਹੇ ਇਹ ਮਰਨੋਂ ਡਰੇ। ਤੂੰ ਇਹ ਨਾ ਸੋਚ ਅਸੀਂ ਮਰਨ ਤੋਂ ਡਰਦੇ ਆਂ, ਅਸੀਂ ਮਰਨ ਤੋਂ ਡਰਦੇ ਨਹੀਂ, ਪਰ ਹੁਣ ਖਾਲਸੇ ਦੇ ਜਥੇ ਵਿੱਚ ਜਾ ਕੇ ਰਲਾਂਗੇ ਤੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਮਰਾਂਗੇ। ਤੇ ਇਸ ਕਰਕੇ ਹੁਣ ਸਾਡਾ ਨਹੀਂ ਸਰਦਾ ਜਦੋਂ ਤੱਕ ਅਸੀਂ ਗੁਰੂ ਕੇ ਭੇਜੇ ਸਿੱਖਾਂ ਦੇ ਜਥੇ ਵਿੱਚ ਨਹੀਂ ਰਲਦੇ। ਫੇਰ ਮਿਲੇ ਤਬ ਗੁਰੂ ਕੇ ਸਾਥ। ਤੇ ਜਦੋਂ ਅਸੀਂ ਹੁਣ ਉਹਨਾਂ ਦੇ ਜਥੇ ਵਿੱਚ ਜਾ ਕੇ ਰਲਾਂਗੇ, ਉਹਨਾਂ ਨਾਲ ਆ ਕਰਕੇ ਹੀ ਜੰਗ ਦੇ ਮੈਦਾਨ ਵਿੱਚ ਤੇਰੇ ਨਾਲ ਦੋ ਦੋ ਹੱਥ ਕਰਾਂਗੇ। ਗੁਰਪਤੀ ਬੁਲਾਈ ਸਿਰ ਧਰ ਹੱਥ। ਖਾਲਸਾ ਜੀ ਇਸ ਤਰ੍ਹਾਂ ਦੋਵਾਂ ਨੇ ਫਤਿਹ ਦੇ ਨਾਰੇ ਬੁਲੰਦ ਕਰਕੇ ਉਸ ਸੂਬੇ ਸਰਹੰਦ ਦੀ ਕਚਹਿਰੀ ਨੂੰ ਛੱਡ ਕੇ ਬੰਦਾ ਸਿੰਘ ਬਹਾਦਰ ਕੋਲ ਆਉਣਾ ਕੀਤਾ। ਸ਼ੇਰ ਖੰਡੇਰਾ ਪੁੱਛ ਲਿਆ ਲੋਕਾਂ ਨੂੰ ਵੀ ਸ਼ਹਿਰ ਖੰਡਾ ਕਿਸ ਜਗ੍ਹਾ ਤੇ ਹੈ, ਉਹ ਕਿਹੜਾ ਇਲਾਕਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਨੇ ਡੇਰਾ ਕੀਤਾ ਹੈ। ਖਖਰੋੜ ਪਰਖਣੇ ਮੈਥੋਂ ਭਿਓ। ਤੇ ਪਤਾ ਲੱਗਾ ਵੀ ਦਿੱਲੀ ਦੇ ਕੋਲ ਖਖਰੋੜ ਇਲਾਕੇ ਦੇ ਵਿੱਚ ਸ਼ਹਿਰ ਖੰਡਾ ਪਿੰਡ ਹੈ ਜਿੱਥੇ ਬੰਦਾ ਸਿੰਘ ਬਹਾਦਰ ਨੇ ਪੜਾਅ ਕੀਤਾ ਹੋਇਆ ਹੈ। ਦਿੱਲੀ ਕੋ
ਹੋਵੈ ਤੈ ਕੂ ਕੋਸ। ਤੇ ਦਿੱਲੀ ਤੋਂ 30 ਕੋਸ ਦੀ ਦੂਰੀ ਦੇ ਉੱਤੇ ਇਹ ਨਗਰ ਵਸਦਾ ਹੈ। ਤੁਰੇ ਸਿੰਘ ਦਿਲ ਕਰ ਇਸ ਇਮਹੋਸ। ਤੇ ਖਾਲਸਾ ਜੀ ਉਹ ਦੋਵੇਂ ਗੁਰੂ ਕੇ ਸਿੱਖ ਗੁਰੂ ਤੇ ਭਾਵਨਾ ਰੱਖ ਕੇ ਉਸ ਸ਼ਹਿਰ ਨੂੰ ਚੱਲ ਪਏ। ਬੰਦੇ ਕੀ ਪ੍ਰਤਿਗਿਆ ਲਏ। ਤੇ ਮਨ ਵਿੱਚ ਸੋਚਣ ਲੱਗੇ ਵੀ ਜਿਹਨੂੰ ਗੁਰੂ ਨੇ ਥਾਪੜਾ ਦੇ ਕੇ ਭੇਜਿਆ, ਕਿਉਂ ਨਾ ਇਹਦੀ ਵੀ ਪਰਖ ਕਰ ਲਈਏ ਵੀ ਇਹ ਵੀ ਗੁਰੂ ਦਾ ਪੂਰਾ ਸਿੱਖ ਹੈ ਕਿ ਨਹੀਂ ਹੈ। ਵਜੀਰੇ ਮਾਰੇ ਇਮ ਚਿਤ ਪਰਤਈਆ। ਤੇ ਜੇ ਪਰਖ ਵਿੱਚ ਪੂਰਾ ਹੋ ਗਿਆ ਤੇ ਸੋਚ ਲਵਾਂਗੇ ਵੀ ਇਹ ਸੱਚਮੁੱਚ ਵਜੀਦ ਖਾਨ ਨੂੰ ਮਾਰ ਸਕਦਾ ਹੈ। ਜੋ ਹਮਕੋ ਬੋਲੇ ਹੈ ਨਾਮ। ਤੇ ਜੇ ਪਰਖ ਕਿਵੇਂ ਕਰਾਂਗੇ? ਕਹਿਣ ਲੱਗੇ ਜਦੋਂ ਅਸੀਂ ਬੰਦਾ ਸਿੰਘ ਬਹਾਦਰ ਕੋਲ ਜਾਈਏ, ਸਾਡੇ ਨਾਮ ਦੱਸਣ ਤੋਂ ਪਹਿਲਾਂ ਹੀ ਜੇ ਬੰਦਾ ਸਿੰਘ ਬਹਾਦਰ ਸਾਨੂੰ ਸਾਡੇ ਨਾਮ ਲੈ ਕੇ ਬੁਲਾ ਲਵੇ ਤੇ ਅਸੀਂ ਸੋਚਾਂਗੇ ਵੀ ਇਹ ਗੁਰੂ ਦਾ ਪੂਰਾ ਸਿੱਖ ਹੈ। ਤਬ ਸਾਰੇ ਗੋ ਸਭ ਗੁਰ ਕਾਮ। ਤੇ ਜੇ ਇਹਨੇ ਸਾਡੇ ਨਾਮ ਲੈ ਕੇ ਸਾਨੂੰ ਬੁਲਾ ਲਿਆ ਤੇ ਸਾਡੀ ਪ੍ਰੀਖਿਆ ਵਿੱਚ ਪੂਰਾ ਆ ਗਿਆ ਤੇ ਅਸੀਂ ਸੋਚਾਂਗੇ ਵੀ ਗੁਰੂ ਦੇ ਕਾਰਜ ਹੁਣ ਪੂਰੇ ਹੋ ਜਾਣਗੇ। ਦੋਹਰਾ ਦਸਹੋਂ ਭੁਜੰਗੀ ਬੇਤੁਰੇ ਆਲੀ ਮਾਲੀ ਸਿੰਘ ਸਾਥ। ਭਾਈ ਰਤਨ ਸਿੰਘ ਭੰਗੂ ਕਹਿੰਦੇ ਆਲੀ ਸਿੰਘ ਮਾਲੀ ਸਿੰਘ ਜਦੋਂ ਤੁਰੇ ਉਹਨਾਂ ਦੇ ਨਾਲ 10 ਹੋਰ ਭੁਜੰਗੀ ਜਥੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਤੁਰੇ ਸਨ। ਦੂਰੋਂ ਬੰਦੇ ਦੇਖ ਕੇ ਧਰਿਓ ਮਾਤ ਪਰ ਹਾਥ। ਕਹਿੰਦੇ ਜਦੋਂ ਨਗਰ ਵਿੱਚ ਪਹੁੰਚੇ ਬੰਦਾ ਸਿੰਘ ਬਹਾਦਰ ਨੂੰ ਵੇਖਿਆ ਤੇ ਦੂਰੋਂ ਵੇਖ ਕਰਕੇ ਹੀ ਮੱਥੇ ਤੋਂ ਉਤਾਂ ਕਰਕੇ ਆਪਣੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ। ਜੋ ਪਈ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਦੋਵੇਂ ਹੱਥ ਜੋੜ ਕੇ ਹੱਥ ਮੱਥੇ ਤੋਂ ਉਤਾਂ ਲਿਜਾ ਕਰਕੇ ਗਰਜਵੀਂ ਆਵਾਜ਼ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਾਰਾ ਬੁਲੰਦ ਕੀਤਾ। ਅਕਾਲ ਅਕਾਲ ਕੀ ਆਵਾਜ਼ ਸੁਣਾਈ। ਤੇ ਗੁਰੂ ਕੇ ਸਿੰਘਾਂ ਨੂੰ ਵੇਖ ਕਰਕੇ ਦੂਰੋਂ ਹੀ ਅਕਾਲ ਅਕਾਲ ਗੁਰਬਰ ਅਕਾਲ ਦਾ ਜਾਪ ਕਰਦੇ ਗਏ। ਅੱਗੇ ਬੰਦੇ ਯੋ ਬਚਨ ਸੁਣਾਏ। ਤੇ ਖਾਲਸਾ ਜੀ ਅੱਗੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਬਚਨ ਕੀਤਾ। ਚਾਹਤ ਆਪਣੇ ਨਾਮ ਬਤਾਏ। ਬੰਦਾ ਸਿੰਘ ਬਹਾਦਰ ਹੱਸ ਕੇ ਕਹਿਣ ਲੱਗਾ ਵੀ ਤੁਸੀਂ ਮੇਰੀ ਪਰਖ ਲੈਣ ਆਏ ਹੋ, ਤੁਸੀਂ ਚਾਹੁੰਦੇ ਹੋ ਵੀ ਮੈਂ ਤੁਹਾਡੇ ਬਿਨਾਂ ਦੱਸੇ ਤੁਹਾਡੇ ਨਾਮ ਦੇ ਨਾਲ ਤੁਹਾਨੂੰ ਬੁਲਾਵਾਂ। ਆਲੀ ਮਾਲੀ ਸਿੰਘ ਪਸੌੜੀਏ ਆਏ। ਤੇ ਕਹਿਣ ਲੱਗਾ ਵੀ ਕਿਉਂ ਮੇਰੇ ਨਾਲ ਆ ਕਰਕੇ ਮੇਰੀ ਪਰਖ ਲੈਂਦੇ ਹੋ? ਮੈਨੂੰ ਪਤਾ ਤੁਹਾਡਾ ਨਾਮ ਆਲੀ ਸਿੰਘ ਮਾਲੀ ਸਿੰਘ ਤੇ ਆ ਜਿਹੜੇ ਤੁਹਾਡੇ ਨਾਲ ਦੇ 10 ਹੋਰ ਗੁਰੂ ਕੇ ਸਿੱਖ ਇਹ ਪਸੌੜੀਏ ਨਗਰ ਦੇ ਰਹਿਣ ਵਾਲੇ ਨੇ। ਕਰਾਮਾਤ ਘਰੋਂ ਢੂੰਡਤ ਧਾਏ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਤੁਸੀਂ ਘਰੋਂ ਤੁਰੇ ਸੋ ਗੁਰੂ ਦੀ ਕਿਰਪਾ ਲੈਣ, ਪਰ ਹੁਣ ਘਰੋਂ ਤੁਰੇ ਕਰਾਮਾਤਾਂ ਲੱਭਣ ਵਾਸਤੇ ਤੇ ਕਰਾਮਾਤਾਂ ਲੱਭਦੇ ਤੁਸੀਂ ਮੇਰੀ ਪਰਖ ਕਰਨਾ ਚਾਹੁੰਦੇ ਹੋ। ਕਰਾਮਾਤ ਉਸ ਸਤਿਗੁਰ ਮਾਹੀ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਇਹ ਨਾ ਸਮਝਿਓ ਵੀ ਮੇਰੇ ਵਿੱਚ ਕਰਾਮਾਤ ਹੈ, ਮੇਰੇ 'ਚ ਕੋਈ ਕਰਾਮਾਤ ਨਹੀਂ। ਇਹ ਕਰਾਮਾਤਾਂ ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਰੁਲਦੀਆਂ ਫਿਰਦੀਆਂ। ਖਾਲਸਾ ਜੀ ਇਸ ਤਰ੍ਹਾਂ ਬਚਨ ਕੀਤਾ। ਵੇਖੋ ਗੁਰੂ ਕੇ ਸਿੱਖ ਦੀ ਭਾਵਨਾ ਕਿ ਉਹਨਾਂ ਦੇ ਮਨ ਦੀ ਵੀ ਬੁੱਝ ਲਈ, ਪਰ ਫਿਰ ਵੀ ਆਪਣਾ ਆਪ ਨਹੀਂ ਜਤਾਇਆ ਵੀ ਮੈਂ ਤੁਹਾਡੇ ਦਿਲਾਂ ਦੀ ਬੁੱਝ ਲਈ, ਬਲਕਿ ਇਹ ਕਿਹਾ ਮੇਰੇ 'ਚ ਤਾਕਤ ਨਹੀਂ, ਮੇਰੇ 'ਚ ਕਰਾਮਾਤ ਨਹੀਂ, ਇਹ ਰਹਿਮਤ ਇਹ ਕਰਾਮਾਤ ਗੁਰੂ ਦੀ ਬਖਸ਼ੀ ਹੋਈ ਹੈ। ਭੇਜਣ ਵਾਰੋ ਲਾਜ ਰਖਾਈ। ਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਜਿਨਨੇ ਮੈਨੂੰ ਭੇਜਿਆ ਨਾ ਗੁਰੂ ਗੋਬਿੰਦ ਸਿੰਘ ਨੇ, ਉਹਨੇ ਥਾਪੜਾ ਦੇ ਕਰਕੇ ਭੇਜਿਆ ਤੇ ਜਿਸ ਵੀ ਥਾਂ ਤੇ ਜਾ ਕੇ ਮੈਂ ਖੜਾਂਗਾ ਉੱਥੇ ਗੁਰੂ ਗੋਬਿੰਦ ਸਿੰਘ ਖੁਦ ਮੇਰੀ ਲਾਜ ਰੱਖਣਗੇ, ਮੇਰੀ ਪੱਤ ਰੱਖਣਗੇ। ਯੋ ਕਹਿ ਉਨਕੋ ਨਾਮ ਸੁਨਾਇਓ। ਤੇ ਇਸ ਤਰ੍ਹਾਂ ਬਚਨ ਕਰਕੇ ਗੁਰੂ ਦੇ ਭਰੋਸੇ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੋਵਾਂ ਸਿੱਖਾਂ ਦਾ ਨਾਮ ਲੈ ਕੇ ਪੁਕਾਰਿਆ। ਤੋ ਉਨਕੋ ਮਨ ਠੀਕ ਪਤਿਆਇਓ। ਤੇ ਜਦੋਂ ਖਾਲਸਾ ਜੀ ਦਿਲ ਦੀ ਜਾਨੀ ਗਈ, ਮਨ ਦੀ ਬੁੱਝ ਲਈ ਬੰਦਾ ਸਿੰਘ ਬਹਾਦਰ ਨੇ ਤੇ ਮਨ ਵਿੱਚ ਸੋਚਣ ਲੱਗੇ ਭਾਈ ਇਹ ਤੇ ਗੁਰੂ ਕਾ ਸੱਚਮੁੱਚ ਪੂਰਾ ਸਿੱਖ ਹੈ, ਗੁਰੂ ਦਾ ਥਾਪੜਾ ਲੈ ਕੇ ਆਇਆ ਹੈ। ਮਾਲੀ ਆਲੀ ਸਿੰਘ ਬੰਦੇ ਕਹੀ। ਤੇ ਦੋਵੇਂ ਆਲੀ ਸਿੰਘ ਤੇ ਮਾਲੀ ਸਿੰਘ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਉਨ ਮੈਂ ਤੁਮ ਮੈਂ ਭੇਦੋ ਨਹੀਂ। ਕਹਿਣ ਲੱਗੇ ਵੀ ਅੱਜ ਸਾਨੂੰ ਸੱਚਮੁੱਚ ਭਰੋਸਾ ਹੋ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦੇ ਵਿੱਚ ਕੋਈ ਵੀ ਫਰਕ ਨਹੀਂ। ਸਤਿਗੁਰੂ ਨੇ ਸੱਚਮੁੱਚ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਨੂੰ ਆਪਣੇ ਵਰਗਾ ਬਣਾ ਲਿਆ। ਤੇ ਖਾਲਸਾ ਜੀ ਇਹ ਸੱਚ ਹੈ ਵੀ ਜੇ ਅਸੀਂ ਸਿੱਖ ਬਣਨਾ ਚਾਹੁੰਦੇ ਆ, ਖਾਲਸੇ ਬਣਨਾ ਚਾਹੁੰਦੇ ਆ ਨਾ, ਤੇ ਖਾਲਸਾ ਜਾਂ ਗੁਰੂ ਕਾ ਸਿੱਖ ਇੱਕ ਪਹਿਰਾਵੇ ਦਾ ਨਾਮ ਨਹੀਂ ਹੁੰਦਾ,
ਇੱਕ ਲਿਬਾਸ ਦਾ ਨਾਮ ਨਹੀਂ ਹੁੰਦਾ, ਬਲਕਿ ਗੁਰੂ ਕੇ ਸਿੱਖ ਦਾ ਜੀਵਨ ਇੱਕ ਲਿਬਾਸ, ਇੱਕ ਪਹਿਰਾਵੇ ਤੇ ਨਹੀਂ ਟਿਕਿਆ। ਕਹਿੰਦੇ ਗੁਰੂ ਕੇ ਸਿੱਖ ਦਾ ਜੀਵਨ ਇਹੋ ਜਿਹਾ ਹੁੰਦਾ ਹੈ ਵੀ ਜਦੋਂ ਕੋਈ ਗੁਰੂ ਕੇ ਸਿੱਖ ਨੂੰ ਵੇਖੇ ਨਾ, ਜਦੋਂ ਗੁਰੂ ਕੇ ਸਿੱਖ ਨੂੰ ਵੇਖ ਕੇ ਗੁਰੂ ਨਾਨਕ ਚੇਤੇ ਆ ਜਾਵੇ, ਸਮਝ ਲਓ ਗੁਰੂ ਨਾਨਕ ਦਾ ਪੂਰਾ ਸਿੱਖ ਹੈ। ਕਿਉਂਕਿ ਜਿਹੜਾ ਰੋਜ਼ ਗੁਰੂ ਨਾਨਕ ਨੂੰ ਚੇਤੇ ਕਰਦਾ ਹੈ, ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦਾ ਨਾ, ਉਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਛਵੀ ਜ਼ਰੂਰ ਨਜ਼ਰ ਆਵੇਗੀ। ਤੇ ਜੇ ਸਿੱਖ ਨੂੰ ਵੇਖ ਕੇ ਗੁਰੂ ਚੇਤੇ ਨਹੀਂ ਆ ਰਿਹਾ, ਫਿਰ ਸਮਝੀਏ ਵੀ ਹਜੇ ਸਿੱਖੀ ਦੂਰ ਹੈ। ਤੇ ਮੈਂ ਬੇਨਤੀ ਕਰਾਂ, ਆਪਣੀ ਪਰਖ ਆਪ ਕਰਨੀ ਚਾਹੀਦੀ ਹੈ, ਦੂਸਰੇ ਦੀ ਨਹੀਂ ਕਰਨੀ ਚਾਹੀਦੀ। ਘਰ ਦੇ ਵਿੱਚ ਜਾ ਕਰਕੇ, ਕੱਲਿਆਂ ਬੈਠ ਕਰਕੇ, ਚੌਂਕੜਾ ਲਾ ਕਰਕੇ, ਨੇਤਰ ਬੰਦ ਕਰਕੇ ਇੱਕ ਵਾਰ ਅੰਦਰ ਆਪਣੇ ਮਨ ਵਿੱਚ ਜਾ ਕਰਕੇ ਨਾ ਅੰਤਰਾਤਮਾ ਨੂੰ ਪੁੱਛਣਾ ਚਾਹੀਦਾ ਵੀ ਸਾਨੂੰ ਵੇਖ ਕੇ ਕੀ ਗੁਰੂ ਨਾਨਕ ਚੇਤੇ ਆਉਂਦਾ ਹੈ, ਕੀ ਸਾਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਚੇਤੇ ਆਉਂਦਾ ਹੈ? ਤੇ ਇਹਦਾ ਜਵਾਬ ਬਾਹਰੋਂ ਨਹੀਂ ਮਿਲਣਾ, ਇਹਦਾ ਜਵਾਬ ਸਾਡੇ ਮਨ ਨੇ ਦੇ ਦੇਣਾ ਹੈ। ਕਿਉਂਕਿ ਸਾਡੇ ਮਨ ਨੂੰ ਪਤਾ ਵੀ ਆਪਾਂ ਕਿੰਨੀਆਂ ਕੇ ਗਲਤੀਆਂ ਕਰਦੇ ਹਾਂ। ਬਾਹਰੋਂ ਭਾਵੇਂ ਜਿੰਨਾ ਮਰਜ਼ੀ ਦਾਵਾ ਕਰੀਏ, ਪਰ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਹੈ। ਤੇ ਜਦੋਂ ਗਲਤੀਆਂ ਦਾ ਪਤਾ ਲੱਗ ਜਾਈਏ, ਗਲਤੀਆਂ ਕਬੂਲ ਕਰਕੇ ਫਿਰ ਹੋਰ ਬਾਣੀ ਪੜ੍ਹ ਕੇ ਜੀਵਨ ਵਿੱਚ ਸੁਧਾਰ ਲਿਆਈਏ। ਅਬੇ ਕਾਹੇ ਕੋ ਦੇਰ ਲਗਾਈ। ਤੇ ਬੰਦਾ ਸਿੰਘ ਬਹਾਦਰ ਨੂੰ ਦੋਵੇਂ ਸਿੰਘ ਕਹਿਣ ਲੱਗੇ, ਬਾਬਾ ਬੰਦਾ ਸਿੰਘ ਬਹਾਦਰ, ਜਿਸ ਕਾਰਜ ਕਰਕੇ ਤੈਨੂੰ ਗੁਰੂ ਗੋਬਿੰਦ ਸਿੰਘ ਨੇ ਭੇਜਿਆ, ਤੂੰ ਉਸ ਕਾਰਜ ਨੂੰ ਕਰਨ ਵਿੱਚ ਦੇਰੀ ਕਿਉਂ ਲਾ ਰਿਹਾ ਹੈ? ਕਰੋ ਕਾਰ ਕਰਨ ਆਏ ਜਾਹੀ। ਜਿਹੜਾ ਕਾਰਜ ਕਰਨ ਵਾਸਤੇ ਆਇਆ, ਚੱਲ ਚੱਲ ਕੇ ਉਹ ਕਾਰਜ ਕਰੀਏ, ਉਸ ਕੰਮ ਨੂੰ ਫਤਿਹ ਕਰੀਏ। ਫਿਰ ਬੰਦੇ ਨੂੰ ਉਠ ਸੋ ਕਹੀ। ਤਾਂ ਜਦੋਂ ਇਹ ਗੱਲ ਕਹੀ ਵੀ ਦੇਰੀ ਕਿਉਂ ਲਾਉਣਾ, ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੋਵਾਂ ਨੂੰ ਇੱਕ ਗੱਲ ਸਮਝਾਈ। ਸਿੰਘ ਆਵਤ ਹੈ ਮਿਲਣੇ ਕਈ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਭਾਈ ਸਿੱਖੋ ਕਾਹਲੀ ਨਾ ਕਰੋ, ਹਜੇ ਬੜੇ ਗੁਰੂ ਕੇ ਸਿੱਖਾਂ ਨੇ ਆ ਕਰਕੇ ਮਿਲਣਾ ਹੈ। ਤੇ ਗੁਰੂ ਕੇ ਸਿੱਖਾਂ ਦਾ ਫਰਜ਼ ਹੈ ਵੀ ਦੂਸਰੇ ਸਿੱਖਾਂ ਨੂੰ ਨਾਲ ਲੈ ਕਰਕੇ ਚੱਲਣ। ਸਿੱਖ ਦੂਸਰੇ ਸਿੱਖਾਂ ਦੇ ਨਾਲ ਮਿਲ ਕੇ ਚੱਲੇ। ਜੇ ਸਿੱਖ ਸਿੱਖ ਨਾਲ ਮਿਲ ਕੇ ਚੱਲਦਾ ਤਾਂ ਹੀ ਗੁਰੂ ਕੀ ਸੰਗਤ ਹੈ। ਤੇ ਜੇ ਸਿੱਖ ਕਵੇ ਵੀ ਮੈਨੂੰ ਕਿਸੇ ਦੀ ਲੋੜ ਨਹੀਂ, ਮੈਂ ਇਕੱਲਾ ਹੀ ਸਾਰਾ ਕੁਝ ਕਰਾਂਗਾ, ਫਿਰ ਸੰਗਤ ਨਹੀਂ ਹੁੰਦੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਮੈਂ ਸਾਰੇ ਸਿੱਖਾਂ ਨੂੰ ਨਾਲ ਲੈ ਕਰਕੇ ਚੱਲਾਂਗਾ। ਉਨ ਕੋ ਚਾਹੀਏ ਸੰਗ ਰਲਾਏ। ਕਿਉਂਕਿ ਉਹਨਾਂ ਨੂੰ ਨਾਲ ਰਲਾਵਾਂਗੇ। ਜਦੋਂ ਗੁਰੂ ਕੇ ਸਿੱਖ ਨਾਲ ਰਲਣਗੇ ਤੇ ਕੱਲੇ ਸਿੱਖ ਨਹੀਂ ਆਉਣਗੇ, ਬਲਕਿ ਗੁਰੂ ਗੋਬਿੰਦ ਸਿੰਘ ਦੀਆਂ ਬਖਸ਼ਿਸ਼ਾਂ ਵੀ ਆ ਜਾਣਗੀਆਂ। ਇਮ ਕਰੀਕੇ ਹਮ ਦੇਰ ਲਗਾਏ। ਤੇ ਇਸ ਕਰਕੇ ਮੈਂ ਦੇਰੀ ਲਗਾ ਰਿਹਾ, ਕਿਉਂਕਿ ਮੈਂ ਚਾਹੁੰਦਾ ਵੀ ਦੂਸਰੇ ਵੀ ਗੁਰੂ ਕੇ ਸਿੱਖ ਆ ਕੇ ਮਿਲ ਜਾਣ। ਜਿਨ ਪੈ ਅੱਗੇ ਚਿੱਠੇ ਥੇ ਗਏ। ਜਿਨ੍ਹਾਂ ਤੱਕ ਮੈਂ ਚਿੱਠੀਆਂ ਪਹੁੰਚਾਈਆਂ, ਹੁਕਮਨਾਮੇ ਪਹੁੰਚਾਏ ਨੇ, ਸੋ ਅਬਿਆਵਤ ਦੂਰੋਂ ਧਏ। ਉਹ ਦੂਰੋਂ ਚੱਲ ਕਰਕੇ ਮੇਰੇ ਕੋਲ ਪਹੁੰਚ ਰਹੇ ਨੇ। ਦੋਹਰਾ ਉਨਕੇ ਦਿਲ ਹੀ ਹਮ 부ਝੇ। ਵੈ ਚਾਹੋ ਫਤਿਹ ਲਈ ਆਪ। ਇਸ ਕਰਕੇ ਮੈਂ ਜਾਣਦਾ ਉਹਨਾਂ ਦੇ ਦਿਲਾਂ ਦੀਆਂ, ਜਿਹੜੇ ਆਪਣੇ ਘਰਾਂ ਨੂੰ ਛੱਡ ਕੇ ਜੰਗ ਦੇ ਮੈਦਾਨ ਵਿੱਚ ਜੂਝਣ ਵਾਸਤੇ ਤੁਰੇ ਨੇ। ਉਹਨਾਂ ਦੀ ਫਤਿਹ ਗੁਰੂ ਨੇ ਆਪ ਕਰਾਉਣੀ ਹੈ। ਦੱਖਣ ਪੂਰਬ ਪੱਛਮੋਂ ਪਰਬਤ ਆਏ ਥਾਪ। ਦੱਖਣ ਤੋਂ ਲੈ ਕਰਕੇ, ਪੂਰਬ ਤੋਂ ਲੈ ਕਰਕੇ ਪੱਛਮ ਤੱਕ ਤੇ ਪਹਾੜੀ ਇਲਾਕੇ, ਇਨ੍ਹਾਂ ਸਾਰੇ ਇਲਾਕਿਆਂ ਤੋਂ ਗੁਰੂ ਕੇ ਸਿੱਖ ਜੰਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਤੁਰੇ ਹੋਏ ਨੇ। ਜੋ ਪਈ ਤੋਲੋ ਮਲਵਈਓ ਖਾਲਸੇ ਆਏ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇੰਨੇ ਨੂੰ ਜਿਹੜੇ ਮਾਲਵੇ ਤੋਂ ਤੁਰੇ ਹੋਏ ਸੀ ਦਿੱਲੀ ਵੱਲ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ, ਉਹ ਮਾਲਵੇ ਦੇ ਸਿੱਖ ਵੀ ਆ ਕਰਕੇ ਉਸ ਨਗਰ ਦੇ ਵਿੱਚ ਪਹੁੰਚ ਗਏ। ਫਤਿਹ ਸਿੰਘ ਭਾਈ ਕਾ ਲੈ ਆਇਓ। ਇੱਕ ਭਾਈ ਕਾ ਪਿੰਡ ਹੈ ਖਾਲਸਾ ਜੀ, ਉੱਥੋਂ ਦੇ ਰਹਿਣ ਵਾਲਾ ਫਤਿਹ ਸਿੰਘ ਉਹ ਜਥੇ ਦਾ ਆਗੂ ਬਣਿਆ। ਭਾਈ ਫਤਿਹ ਸਿੰਘ ਜਿਨੇ ਬਾਅਦ ਵਿੱਚ ਸਮਾਣਾ ਫਤਿਹ ਕਰਨਾ ਤੇ ਸਮਾਣੇ ਦਾ ਫੌਜਦਾਰ ਬਣਨਾ, ਉਹ ਭਾਈ ਫਤਿਹ ਸਿੰਘ ਮਾਲਵੇ ਤੋਂ ਜਥਾ ਲੈ ਕਰਕੇ ਬੰਦਾ ਸਿੰਘ ਬਹਾਦਰ ਕੋਲ ਪਹੁੰਚਿਆ। ਧਰਮ ਸਿੰਘ ਰੂਪੇ ਬਾਰੇ। ਤੇ ਮਾਲਵੇ ਤੋਂ ਉਹ ਵੀ ਪਹੁੰਚੇ ਜਿਨ੍ਹਾਂ ਦੀ ਬੇਨਤੀ ਮੈਂ ਪਹਿਲਾਂ ਕੀਤੀ, ਭਾਈ ਰੂਪ ਚੰਦ ਦੀ ਅੰਸ਼ਜ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ, ਜਿਨ੍ਹਾਂ ਨੇ ਖਾਲਸਾ ਜੀ ਸਰਹੰਦ ਦੀ ਜੰਗ ਵਿੱਚ ਸ਼ਮੂਲੀਅਤ ਕਰਨੀ ਹੈ। ਉਹ ਵੀ ਦੋਵੇਂ ਗੁਰੂ ਕੇ ਸਿੰਘ ਮਾਲਵੇ ਦੇ ਜਥੇ ਦੇ ਨਾਲ ਪਹੁੰਚੇ। ਆਏ ਤੇ ਪੀ ਗੁਰੂ ਪਿਆਰੇ। ਉਹ ਵੀ ਗੁਰੂ ਕੇ ਪਿਆਰ ਵਾਲੇ, ਗੁਰੂ ਤੇ ਭਰੋਸਾ ਰੱਖ ਕੇ ਜੰਗ ਵਿੱਚ ਸ਼ਹੀਦ ਹੋਣ ਵਾਸਤੇ ਆਏ ਨੇ। ਰਾਮਾ ਤਿਰਲੋਕਾ ਆਪ ਨਾ ਆਏ। ਪਰ ਜਿਹੜੇ ਭਾਈ ਰਾਮਾ ਤੇ ਭਾਈ ਤਿਰਲੋਕਾ ਨੇ, ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਖੁਦ ਨਹੀਂ ਆਏ।
ਦੇ ਖਰਚ ਉਨ ਭੇਜੇ ਪਰਾਏ। ਪਰ ਉਹਨਾਂ ਨੇ ਖਾਲਸਾ ਜੀ ਆਪਣੇ ਸੇਵਾਦਾਰ ਭੇਜ ਦਿੱਤੇ ਗੁਰੂ ਕੇ ਸਿੰਘਾਂ ਨੂੰ ਖਰਚਾ ਪਹੁੰਚਾਉਣ ਵਾਸਤੇ, ਮਾਇਆ ਪਹੁੰਚਾਉਣ ਵਾਸਤੇ। ਜਿਹੜੇ ਫੂਲਕੇ ਨੇ ਜਿਨ੍ਹਾਂ ਨੇ ਸਤਿਗੁਰਾਂ ਤੋਂ ਵਰ ਮੰਗੇ ਸਨ ਢਿੱਡ ਖੜਕਾ ਕਰਕੇ ਕਿ ਸਾਨੂੰ ਰਾਜ ਦਿਓ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਰਾਜ ਭਾਗ ਦਿੱਤਾ ਸੀ। ਉਹ ਆਪ ਨਹੀਂ ਸੀ ਆਏ ਪਰ ਉਹਨਾਂ ਦੇ ਵੰਸ਼ਜ ਗੁਰੂ ਕੇ ਸਿੰਘਾਂ ਵਾਸਤੇ ਖਰਚਾ ਲੈ ਕਰਕੇ ਪਹੁੰਚ ਚੁੱਕੇ ਸਨ। ਮਹਾਰਾਜ ਵਾਲੇ ਕਿਛ ਲੁੱਟਣ ਆਏ। ਤੇ ਜਿਹੜੇ ਮਹਾਰਾਜ ਦੇ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਵਰਤਾਈਆਂ, ਮਹਾਰਾਜ ਦੇ ਸਿੰਘ ਉਹ ਵੀ ਖਾਲਸਾ ਜੀ ਸਰਹੰਦ ਨੂੰ ਲੁੱਟਣ ਵਾਸਤੇ ਬੰਦਾ ਸਿੰਘ ਬਹਾਦਰ ਦੇ ਜਥੇ ਵਿੱਚ ਆ ਕਰਕੇ ਮਿਲ ਗਏ। ਫੂਲ ਪੁੱਤਰਨ ਤੇ ਖਰਚ ਲੈਤਾਏ। ਤੇ ਜਿਹੜੇ ਫੂਲਕਿਆਂ ਦੇ ਪੁੱਤਰ ਸੀ ਜਿਨ੍ਹਾਂ ਨੇ ਮਹਾਰਾਜ ਤੋਂ ਰਾਜ ਭਾਗ ਲਿਆ ਸੀ, ਉਹਨਾਂ ਤੋਂ ਖਰਚਾ ਲੈ ਕਰਕੇ ਉਹ ਵੀ ਉਹਨਾਂ ਤੋਂ ਖਰਚਾ ਲੈ ਕਰਕੇ ਬੰਦਾ ਸਿੰਘ ਬਹਾਦਰ ਕੋਲ ਆਏ। ਕੋਟਕਪੂਰੀਏ ਆਏ ਨਾ ਕੋਈ। ਪਰ ਜਿਹੜੇ ਕੋਟਕਪੂਰੇ ਦੇ ਸੀਗੇ ਉਹ ਕੋਟਕਪੂਰੇ ਵਾਲੇ ਨਹੀਂ ਇਸ ਜੰਗ ਵਿੱਚ ਸ਼ਾਮਲ ਹੋਏ। ਇਮਰੇ ਹੋ ਕਪੂਰੋ ਖਾਲੀ ਤੋਈ। ਇਸ ਕਰਕੇ ਕੋਟਕਪੂਰਾ ਅੱਜ ਵੀ ਖਾਲੀ ਹੈ, ਉਜਾੜ ਦੀ ਤਰ੍ਹਾਂ ਹੀ ਵਸਦਾ ਹੈ। ਦੋਹਰਾ ਤਬ ਬੰਦੇ ਨੇ ਦੌੜ ਕਰ ਲਿਓ ਸਮਾਣਾ ਮਾਰ। ਜਦੋਂ ਇੰਨੇ ਮਾਲਵੇ ਦਾ ਜਥਾ ਆ ਗਿਆ, ਆਲੀ ਸਿੰਘ ਮਾਲੀ ਸਿੰਘ 10 ਸਿੱਖਾਂ ਦੇ ਨਾਲ ਆ ਗਏ, ਪਰਾਂ ਮਾਲਵੇ ਦੇ ਸਿੰਘ ਆ ਗਏ ਤੇ ਕੁਝ ਗੁਰੂ ਕੇ ਸਿੰਘ ਦਿੱਲੀ ਤੋਂ ਸ਼ਾਮਲ ਹੋ ਗਏ, ਕੁਝ ਫਤਿਆਬਾਦ ਤੋਂ ਸ਼ਾਮਲ ਹੋ ਗਏ, ਕੁਝ ਸ਼ਹਿਰ ਖੰਡੇ ਤੋਂ ਸ਼ਾਮਲ ਹੋ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਦੌੜ ਕਰਕੇ ਹੱਲਾ ਮਾਰ ਕੇ ਸਮਾਣੇ ਨੂੰ ਢਹਿ ਢੇਰੀ ਕਰ ਦਿੱਤਾ। ਫਤਿਹ ਆਈ ਫਤਿਹ ਸਿੰਘ ਕੋ ਸੋ ਬੰਦੇ ਕੀਓ ਫੁਜਦਾਰ। ਜਿਹੜਾ ਭਾਈ ਫਤਿਹ ਸਿੰਘ ਮਾਲਵੇ ਤੋਂ ਜਥਾ ਲੈ ਕੇ ਆਇਆ ਸੀ ਉਹਨੇ ਸਮਾਣੇ ਸਭ ਤੋਂ ਅੱਗੇ ਹੋ ਕਰਕੇ ਜੰਗ ਕੀਤਾ। ਸਮਾਣਾ ਫਤਿਹ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਫੌਜਦਾਰ ਥਾਪ ਦਿੱਤਾ, ਉੱਥੋਂ ਦਾ ਰਾਜ ਦਿੱਤਾ। ਸੋ ਖਾਲਸਾ ਜੀ ਆਉਣ ਵਾਲੇ ਦਿਨ ਵਿੱਚ ਆਪਾਂ ਅੱਗੇ ਸਰਵਣ ਕਰਾਂਗੇ ਕਿਵੇਂ ਸਰਹੰਦ ਦੀ ਧਰਤੀ ਤੇ ਜਾ ਕੇ ਸਰਹੰਦ ਦੀ ਧਰਤੀ ਨੂੰ ਥੇ ਕੀਤਾ, ਵਜੀਦ ਖਾਂ ਸੋਧਿਆ ਤੇ ਸਮਾਣੇ ਦੇ ਬਾਰੇ ਹੋਰ ਵੀ ਵਿਚਾਰਾਂ ਕਿ ਇੱਥੋਂ 22 ਪਾਲਕੀਆਂ ਨਵਾਬਾਂ ਦੀਆਂ ਨਿਕਲਦੀਆਂ ਸਨ। ਸਮਾਣਾ ਧਰਤੀ ਬਹੁਤ ਵੱਡੀ ਗਿਣਤੀ ਦੇ ਵਿੱਚ ਵਸਦੀ ਸੀ ਪਰ ਸਿੰਘਾਂ ਨੇ ਮਾਰ ਮੁਕਾਇਆ। ਉਹ ਸਾਰਾ ਇਤਿਹਾਸ ਆਪਾਂ ਕੱਲ ਸਰਵਣ ਕਰਾਂਗੇ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਬਖਸ਼ ਲੈਣਾ। ਅਰਦਾਸ ਕਰਨੀ ਜੋ ਸੁਣਿਆ ਸੁਣਾਇਆ ਆਪਾਂ ਕਮਾ ਸਕੀਏ। ਸਤਿਗੁਰੂ ਸਾਨੂੰ ਸਾਰਿਆਂ ਨੂੰ ਭਜਨ ਬੰਦਗੀ ਵੈਰਾਗ ਦੀ ਦਾਤ ਦੇਣ, ਸਿੱਖੀ ਸਿਦਕ ਨਿਭਾਉਣ ਦਾ ਬਲ ਬਖਸ਼ਣ। ਆਓ ਧੰਨ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੀ ਪਿਆਰ ਸਹਿਤ ਉਚਾਰਨ ਕਰੋ ਜੀ। हे चुत हे पार ब्रह्म अविनाशी अगनास, हे पूरन हे सर्ब में दुख भंजन गुणतास, हे संगी हे निरंकार, हे निर्गुण सब टेक, हे गोबिंद हे गुण निधान, जाकै सदा विवेक, हे अपरंपर हर हरे है पी होवन हार, हे संत के सदा संग निधारा आधार, हे ठाकुर हों दासरो मैं निर्गुण गुण नहीं कोय, नानक दीजै नाम दान राखो आए प्रभ शरणागति, कृपा निध दयाल, एक अखर हर मन बसत, नानक होत कथा निता प्रत होत है, सुनो सो सिंह सुजान, नानक गुरु गोबिंद सिंह जी सदा करें कल्याण, नानक गुरु गोबिंद सिंह जी सदा करें। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਗੁਰੂ ਇਤਿਹਾਸ ਬੜੇ ਪ੍ਰੇਮ ਕਰ ਸ਼ਰਧਾ ਪੂਰਵਕ ਸਰਵਣ ਕਰਵਾ ਰਹੇ ਸਨ।